किसी होर तो ਜਿਹੜੇ ਬਾਂਦਰ ਭੂੰਡ ਆਸ਼ਕ ਜਿਨ੍ਹਾਂ ਨੂੰ ਕਹਿੰਦੇ ਆ ਉਹ ਨਹੀਂ ਡਰਦੇ ਤੇ ਮੈਂ ਬਾਹਰ ਨਿਕਲਦਾ ਹਾਂ ਤੇ ਕੰਨ ਕਰ ਜਾਂਦੇ ਸੀ ਇੱਧਰ। ਉਹਦਾ ਕਾਰਨ ਇਹ ਸੀ ਵੀ ਮੈਂ ਉਹੋ ਜਿਹੇ ਬੰਦਿਆਂ ਨੂੰ ਨਾ ਇੱਕ ਨੂੰ ਇੱਧਰੋਂ ਧੌਣੋਂ ਫੜ ਕੇ ਇੱਕ ਨੂੰ ਇੱਧਰੋਂ ਧੌਣੋਂ ਫੜ ਕੇ ਮੈਂ ਐਂ ਸਿਰ ਮਰਾ ਦਿੰਦਾ ਸੀ। ਮਗਰ ਇਹਨਾਂ ਹਵਾਵਾਂ ਨੂੰ ਕਿਵੇਂ ਵੇਖਦੇ ਹੋ ਭਾਜੀ? ਮੈਨੂੰ ਇੰਝ ਲੱਗਦਾ ਥਲੀ ਸਾਹਿਬ ਵੀ ਸਾਨੂੰ ਸਾਰਿਆਂ ਨੂੰ ਰਲ ਕੇ ਮੋਦੀ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ। ਉਹ ਕਿਉਂ ਜੀ? ਮੋਦੀ ਦਾ ਧੰਨਵਾਦੀ ਸਾਨੂੰ ਇਸ ਕਰਕੇ ਹੋਣਾ ਚਾਹੀਦਾ ਵੀ ਉਹਨੇ ਅਹਿਸਾਸ ਕਰਾਇਆ ਇਕੱਲਾ ਸਾਨੂੰ ਨਹੀਂ, ਦੇਸ਼ ਦੇ ਲੋਕਾਂ ਨੂੰ, ਦੇਸ਼ ਦੇ ਕਿਸਾਨਾਂ ਨੂੰ, ਦੇਸ਼ ਦੇ ਇਨਸਾਨਾਂ ਨੂੰ, ਸਾਰਿਆਂ ਨੂੰ ਇਹ ਸਮਝ ਲੱਗੀ ਆ ਕਿ ਇਹ ਜਿਹੜੇ ਲੁਟੇਰੇ ਆ ਇਹ ਕਿਵੇਂ ਆਪਣੇ ਨਿੱਕੇ ਨਿੱਕੇ ਮੋਹਰਿਆਂ ਨੂੰ ਅੱਗੇ ਲਾ ਕੇ ਸਰਕਾਰਾਂ ਬਣਾ ਲੈਂਦੇ ਆ ਤੇ ਉਹਨਾਂ ਰਾਹੀਂ ਲੁੱਟਦੇ ਆ। ਫਿਰ ਮੂੰਜੀ ਦੀਆਂ ਮੂੰਜਰਾਂ ਮੋਰਚੇ ਸੰਭਾਲ ਲੈ ਮੇਰੀਆਂ ਭੈਣਾਂ, ਇਹ ਸਭ ਮੈਂ ਫਸਲਾਂ ਦੇ ਬਿੰਬ ਲਾਏ ਹੈਗੇ ਨੇ। ਫਿਰ ਮੂੰਜੀ ਦੀਆਂ ਮੂੰਜਰਾਂ ਮੋਰਚੇ ਸੰਭਾਲ ਲੈ, ਫਿਰ ਨਰਮੇ ਨੇ ਨਰਮਾਈ ਦੇ ਨੇਮ ਸਭ ਤਿਆਗ ਤੇ, ਫਿਰ ਆੜ ਦਾ ਪਾਣੀ ਕਿਨਾਰਿਆਂ ਨਾਲ ਖਹਿ ਕੇ ਤੁਰਿਆ, ਫਿਰ ਵੱਟਾਂ ਬੰਨਿਆਂ ਦਾ ਹਮਾ ਤੁਮਾ ਕੁਝ ਕੁਝ ਖੁਰਿਆ। ਜਿਹੜਾ ਅਸੀਂ ਵੱਟਾਂ ਬੰਨਿਆਂ ਤੋਂ ਲੜਦੇ ਰਹਿੰਦੇ ਸੀ ਨਾ, ਅੱਜ ਅਸੀਂ ਸਭ ਇਕੱਤਰ ਹੋ ਗਏ ਹਾਂ। ਫਿਰ ਆੜ ਦਾ ਪਾਣੀ ਕਿਨਾਰਿਆਂ ਨਾਲ ਖਹਿ ਕੇ ਤੁਰਿਆ, ਫਿਰ ਵੱਟਾਂ ਬੰਨਿਆਂ ਦਾ ਹਮਾ ਤੁਮਾ ਕੁਝ ਕੁਝ ਖੁਰਿਆ, ਫਿਰ ਚਿੜੀਆਂ ਸ਼ਹਿ ਕੇ ਬੈਠਾ ਬਾਜ ਜਾ ਦਬੋਚਿਆ, ਫਿਰ ਗਟਾਰਾਂ ਆਂਡੇ ਪੀਣਾ ਨਾਗ ਖੁੱਡ ਚੋਂ ਬਾਹਰ ਕੱਢ ਲਿਆ, ਫਿਰ ਉੱਲੂ ਦੇ ਪੱਠੇ ਇਹਨਾਂ ਦੇ ਜਿਹੜੇ ਨੁਮਾਇੰਦੇ ਆਉਂਦੇ ਹੈਗੇ ਨੇ, ਫਿਰ ਉੱਲੂ ਦੇ ਪੱਠੇ ਪੁੱਠੇ ਖੰਭੇ ਉੱਡ ਗਏ, ਫਿਰ ਪਲੇ ਹੋਏ ਮੁੱਛਲ ਚੂਹੇ ਖੁੱਡਾਂ ਦੇ ਵਿੱਚ ਦੁਬਕ ਗਏ। ਇਹ ਜਿਹੜਾ ਅੱਜ ਮੁੱਦਾ ਬਣਿਆ ਥਲੀ ਸਾਹਿਬ, ਇਹ ਇਕੱਲੇ ਕਾਨੂੰਨਾਂ ਦਾ ਨਹੀਂ, ਕਿਉਂਕਿ ਕਾਨੂੰਨਾਂ ਦੀ ਗੱਲ ਤਾਂ ਸਾਡੇ ਲੀਡਰਾਂ ਨੇ ਬੜੀ ਵਾਰ ਸਮਝਾਤੀ ਉਹਨਾਂ ਨੂੰ। ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਨੇ ਕਰਦੇ ਆ, ਪਰ ਉਹਨਾਂ ਨੂੰ ਮੈਨੂੰ ਇੰਝ ਲੱਗਦਾ ਵੀ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਇਹ ਕਿੰਨਾ ਸਿਆਣਾ ਇਨਸਾਨ ਹੈ ਅੱਜ ਦਾ, ਕਿੰਨਾ ਸਿਆਣਾ ਕਿਸਾਨ ਅੱਜ ਦਾ, ਜਿਹੜਾ ਆਉਣ ਵਾਲੇ ਭਵਿੱਖ ਨੂੰ ਸਮਝ ਜਾਂਦਾ ਹੋ। ਖਤਮ ਹੋਣ ਦੀ ਗੱਲ ਕਹੀਏ ਭਾਜੀ, ਮਾਫ ਕਰਨਾ ਵਿੱਚ ਟੋਕ ਰਿਹਾ, ਪਰ ਕਿਵੇਂ? ਉਹ ਕਹਿੰਦੇ ਸਾਨੂੰ ਦੱਸੋ ਤਾਂ ਸਹੀ। ਨਰਿੰਦਰ ਮੋਦੀ, ਤੁਸੀਂ ਗੱਲ ਸਿਆਣਪ ਦੀ ਵੀ ਕੀਤੀ ਸੀ ਵੀ ਕਿਸਾਨ ਸਿਆਣੇ ਹੋ ਗਏ, ਉਹਨਾਂ ਨੂੰ ਵੀ ਪਤਾ ਲੱਗਿਆ, ਪਰ ਉਹ ਕਹਿੰਦਾ ਨਹੀਂ, ਮੇਰੇ ਨਾਲ ਬੈਠੋ, ਮੈਂ ਸਮਝਾਵਾਂਗਾ ਤੁਹਾਨੂੰ ਕਿਵੇਂ ਇਹ ਕਾਨੂੰਨ ਚੰਗੇ ਨੇ। ਤੇ ਤੁਸੀਂ ਗੱਲ ਕੀਤੀ ਹੈ ਵੀ ਇਹ ਖਤਮ ਹੋ ਜਾਣਗੇ ਮਜ਼ਦੂਰ, ਇਹ ਕਿਵੇਂ? ਇਹ ਜ਼ਰੂਰੀ ਨਹੀਂ ਕਿ ਮੈਂ ਜੇ ਕਿਸੇ ਟੋਟੇ ਦਾ ਮਾਲਕ ਤਾਂ ਹੀ ਬਣੂ ਜੇ ਉਹ ਟੋਟਾ ਮੇਰੀ ਕਿਸੇ ਖਾਤੇ 'ਚ ਚੜਿਆ ਹੋਇਆ ਸਰਕਾਰ ਦੇ ਕਾਗਜ਼ਾਂ 'ਚ। ਮੈਂ ਜਿਹੜੇ ਪਿੰਡ 'ਚ ਜੰਮਿਆ, ਇੱਕ ਖਿੱਤਾ ਨਹੀਂ, ਇੱਕ ਮਰਲਾ ਨਹੀਂ, ਮੈਂ ਉਸ ਧਰਤੀ ਦਾ ਪੁੱਤ ਹਾਂ। ਇਹ ਸਾਰੇ ਉਹ ਲੋਕ ਨੇ ਜਿਹੜੇ ਉਹਨੂੰ ਆਪਣਾ ਮਾਂ ਸਮਝਦੇ, ਉਸ ਧਰਤੀ ਦੇ ਪੁੱਤ ਸਮਝਦੇ। ਸ਼ੰਭੂ ਬੈਠੀ ਮਾਂ ਪੰਜਾਬ ਕੌਰ ਨੂੰ ਸਿੰਘੂ ਡਟੇ ਪੁੱਤ ਮਹਿਤਾਬ ਸਿੰਘ ਦਾ ਇੱਕ ਖਤ ਆਇਆ। ਲਿਖਿਆ ਸੂ, ਸਿਰ ਫਿਰ ਗਿਆ ਤੇ ਦਿਲ ਹਿੱਲਿਆ ਪਿਆ ਦਿੱਲੀ ਦਾ, ਦਹਲੀਜ਼ਾਂ ਦਹਿਲੀਆਂ ਤੇ ਨੀਹਾਂ ਕੰਬਦੀਆਂ ਮੈਂ ਆਪ ਦੇਖੀਆਂ। ਲਹੂ ਰੱਤੇ ਤਖਤ ਨੂੰ ਜਾਂਦੇ ਸਾਰੇ ਰਾਹ ਹਰੇ ਘਾਹ ਹੋਏ ਪਏ, ਲਹੂ ਰੱਤੇ ਤਖਤ ਨੂੰ ਜਾਂਦੇ ਰਾਹ ਸਾਰੇ ਹਰੇ ਘਾਹ ਹੋਏ ਪਏ, ਖੇਤਾਂ ਦੇ ਪੁੱਤ ਪਾਣੀਪਤ ਦਾ ਕਾਲਾ ਅੰਬ ਉਲੰਘ ਨਾ ਸਰਨਾਵੇਂ ਥਾਂ ਪਹੁੰਚ ਗਏ। ਉਹ ਕਹਿੰਦਾ ਨਕਸਲੀ ਜਾਂ ਫਿਰ ਅੱਤਵਾਦੀ ਜਾਂ ਫਿਰ ਖਾਲਿਸਤਾਨੀ ਭੇਜ ਰਹੇ ਆ ਫੰਡ ਇੱਥੇ ਜੀ। ਦੇਖੋ ਇਹ ਤਾਂ ਉਹ ਮਤਲਬ ਹੁਣ ਮੈਂ ਇੱਕ ਮੂਰਖਾਨਾ ਵਾਕ ਨੂੰ ਨਿਖਿੱਧ ਵਾਕ ਕਹਿ ਸਕਦਾ। ਤੇ ਭਾਜੀ ਤੁਸੀਂ ਇੰਸਪੈਕਟਰ ਰਹੇ ਹੋ, ਕਿਉਂਕਿ ਗੱਲ ਇਹ ਵੀ ਆਉਂਦੀ ਹੈ ਵੀ ਪੰਜਾਬ ਪੁਲਿਸ ਹਮੇਸ਼ਾ ਹੀ ਰਾਜਨੀਤਿਕ ਦਬਾਅ ਹੇਠ ਵੀ ਰਹੀ ਹੈ, ਤੇ ਜਦੋਂ ਰਾਜਨੀਤਿਕ ਦਬਾਅ ਪੈਂਦਾ ਕਿੰਨੇ ਕੁ ਲੰਮੇ ਸਮੇਂ ਤੱਕ ਫੈਸਲੇ ਨੂੰ ਲਟਕਾਇਆ ਜਾ ਸਕਦਾ? ਹੁਣ ਦਬਾਅ ਉੱਧਰ ਵੀ ਹੈ ਜੀ, ਤਾਂ ਮੋਦੀ ਕਿੰਨੇ ਕੁ ਸਮੇਂ ਤੱਕ ਲਟਕਾ ਸਕਦਾ? ਮਾਲਕ ਦਾ ਨੌਕਰ ਦੇ ਉੱਤੇ ਦਬਾਅ ਆ, ਮੋਦੀ ਹੰਡ ਪਾਰਟੀ ਦੇ ਨੌਕਰ ਨੇ। ਇੱਕ ਹੱਦ ਹੋਰ ਟੱਪ ਗਈ, ਇੱਕ ਹੱਦ ਹੋਰ ਟੱਪ ਗਈ, ਜੱਟਾਂ ਦੇ ਜੱਟ ਦੇ ਰੱਟ ਵੀ ਠੱਪ ਹੋ ਗਈ। ਜਿਹੜੇ ਅਸੀਂ ਜੱਟ ਸਾਡੇ ਗਾਇਕਾਂ ਨਾਲ ਆਏ ਹੋਇਆ ਸੀ ਨਾ, ਅਸੀਂ ਸਾਰੇ ਮਿਲ ਗਏ, ਸਭ ਇਕੱਠੇ ਹੈਗੇ ਆ। ਇੱਕ ਹੱਦ ਹੋਰ ਟੱਪ ਗਈ, ਜੱਟਾਂ ਦੇ ਜੱਟ ਦੇ ਰੱਟ ਵੀ ਠੱਪ ਹੋ ਗਈ। ਜਾਤ ਪਾਤ ਰੰਗ ਨਸਲ ਹਰ ਫਸਲ ਇੱਥੇ ਇੱਕ ਭਾਅ ਵਿਕੇ ਪਈ, ਊਚ ਨੀਚ ਭੇਦ ਭਾਵ ਸਭ ਮਿਟੇ ਪਏ। ਨਾਨਕ ਵੇਲਿਆਂ ਦਾ ਗੀਤ ਤੇ ਪਤਾਲੋਂ ਆਇਆ ਸੰਗੀਤ ਇੱਕੋ ਵਾਜੇ 'ਚ ਵੱਜ ਰਹੇ। ਵੀ ਤੇਰੇ ਨਾਸਾਂ 'ਚ ਤੂੰ ਲਿਆ ਕੇ ਹੀ ਛੱਡਾਂਗੇ ਜਿੰਨਾ ਮਰਜ਼ੀ ਚੱਲ। ਦਿੱਲੀ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਡਟੇ ਹੋਏ ਨੇ ਤੇ ਉਹਨਾਂ ਦਾ ਸਾਥ ਵੱਖ-ਵੱਖ ਸ਼ਖਸੀਅਤਾਂ ਦੇ ਰਹੀਆਂ ਨੇ। ਹਰ ਵਰਗ ਤੋਂ ਲੋਕ ਜਿਹੜੇ ਹੈਗੇ ਨੇ ਉਹ ਦਿੱਲੀ ਕੁੰਡਲੀ ਬਾਰਡਰ ਤੇ, ਟਿੱਕਰੀ ਬਾਰਡਰ ਤੇ ਜਾਂ ਵੱਖ-ਵੱਖ ਬਾਰਡਰਾਂ ਦੇ ਉੱਤੇ ਪਹੁੰਚ ਕੇ ਕਿਸਾਨੀ ਅੰਦੋਲਨ ਨੂੰ ਸਮਰਥਨ ਦੇ ਰਹੇ ਨੇ।
ਗੱਲਾਂ ਅੰਦੋਲਨ ਦੀਆਂ ਹੋ ਰਹੀਆਂ ਨੇ, ਗੱਲਾਂ ਬਿਲਾਂ ਦੀਆਂ ਵੀ ਹੁੰਦੀਆਂ ਨੇ ਤੇ ਗੱਲਾਂ ਇੱਥੋਂ ਦਿਲਾਂ ਦੀਆਂ ਵੀ ਹੁੰਦੀਆਂ ਨੇ। ਤੇ ਜਦੋਂ ਗੱਲ ਦਿਲ ਤੋਂ ਨਿਕਲੇ ਤਾਂ ਗੱਲ ਬਹੁਤ ਦੂਰ ਜਾਂਦੀ ਹੈ ਤੇ ਗੱਲ ਭਾਵਨਾ ਚੋਂ ਨਿਕਲੀ ਹੋਈ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਹੈ। ਤੇ ਅੱਜ ਅਸੀਂ ਗੱਲਬਾਤ ਕਰਨੀ ਹੈ, ਇੱਥੇ ਪਹੁੰਚੇ ਸਾਬਕਾ ਇੰਸਪੈਕਟਰ ਤੇ ਕਵੀ ਤੇ ਉਹਨਾਂ ਦੇ ਨਾਲ ਹੀ ਸ਼੍ਰੋਮਣੀ ਕਵੀ ਆਏ ਹੋਏ ਨੇ। ਮੈਂ ਗੱਲ ਕਰ ਰਿਹਾ ਜੀ ਗੁਰਚੰਦ ਸਿੰਘ ਪਬਾਰਾਲੀ ਜੀ ਦੀ। ਇਹਨਾਂ ਦੀ ਅਕਸਰ ਅਸੀਂ ਪਹਿਲਾਂ ਵੀ ਤੁਹਾਨੂੰ ਇੰਟਰਵਿਊ ਵਿਖਾਈ ਤੇ ਤੁਸੀਂ ਵੇਖੀ ਹੋਵੇਗੀ। ਇਹ ਆਪਣੇ ਜਦੋਂ ਨੌਕਰੀ ਤੇ ਰਹਿੰਦੇ ਨੇ ਤਾਂ ਉਦੋਂ ਵੀ ਬੇਬਾਕ ਬੋਲਦੇ ਨੇ ਤੇ ਅੱਜ ਕੁੰਡਲੀ ਬਾਰਡਰ ਤੇ ਆਏ ਨੇ। ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੈ ਜੀ? ਚੜ੍ਹਦੀ ਕਲਾ, ਤੁਸੀਂ ਸੁਣਾਓ? ਵਧੀਆ ਜੀ। ਤੇ ਕਿਵੇਂ ਆਉਣਾ ਹੋਇਆ ਜੀ ਫਿਰ ਇੱਥੇ, ਕਦੋਂ ਆਏ ਹੋ? ਅਸੀਂ ਆਏ ਹਾਂ ਜੀ, ਸਾਨੂੰ 5 ਦਿਨ ਹੋ ਗਏ ਆ। ਇਹ ਮੇਰੇ ਨਾਲ ਸਰਦਾਰ ਬਲਵਿੰਦਰ ਸਿੰਘ ਸੰਧੂ ਸ਼੍ਰੋਮਣੀ ਕਵੀ, ਇਹਨਾਂ ਨੂੰ ਐਰਕੀ ਮਾਣ ਮਿਲਿਆ ਜੀ। ਸਰਦਾਰ ਲਖਵਿੰਦਰ ਸਿੰਘ ਮੇਰੇ ਨਾਲ, ਇਹਨਾਂ ਦੇ ਸੱਜੇ ਪਾਸੇ ਖੜੇ ਆ। ਇੱਕ ਹੋਰ ਸਾਡੇ ਸੱਜਣ ਨੇ ਜਸਵਿੰਦਰ ਸਿੰਘ ਖਾਰਾ, ਸਾਹਿਤਕਾਰ ਨੇ ਸਾਰੇ ਜੀ। ਤੇ ਬਸ ਆਪਣੀ ਮਾਂ ਵਾਸਤੇ ਆਏ ਆ, ਆਪਣੇ ਪੰਜਾਬ ਵਾਸਤੇ, ਕਿਸਾਨ ਵਾਸਤੇ ਤੇ ਭਾਰਤ ਦੇ ਕਿਸਾਨ ਵਾਸਤੇ, ਮਜ਼ਦੂਰ ਵਾਸਤੇ, ਛੋਟੀ ਹੱਟੀ ਵਾਸਤੇ, ਛੋਟੀ ਭੱਠੀ ਵਾਸਤੇ ਆਏ। ਸਾਈਕਲ ਤੇ ਹੀ ਆਏ ਹੋ? ਅਕਸਰ ਅਸੀਂ ਦੇਖਦੇ ਹਾਂ ਜਦੋਂ ਤੁਸੀਂ ਕੋਈ ਐਵੇਂ ਦਾ ਹੁੰਦਾ ਤਾਂ ਤੁਸੀਂ ਸਾਈਕਲਾਂ ਤੇ ਵੀ ਤੁਹਾਨੂੰ ਵੇਖਿਆ ਬਹੁਤ ਵਾਰੀ। ਹਾਂ, ਸਾਈਕਲਾਂ ਤੇ ਤਾਂ ਆਏ ਆ ਵੀ ਤੁਹਾਨੂੰ ਪਤਾ, ਤੁਸੀਂ ਸਾਡੀਆਂ ਰੋਪੜ ਕੀਤੀ ਸੀ ਜਾਂ ਹੋਰ ਥਾਵਾਂ ਤੇ, ਪਰ ਇਸ ਵਾਰ ਅਸੀਂ ਸਾਈਕਲ ਤੇ ਨਹੀਂ ਆਏ। ਉਂਝ ਇੱਥੇ ਆ ਕੇ ਜ਼ਰੂਰ ਅਸੀਂ ਕੱਲ੍ਹ ਦੇ ਵਿਚਾਰ ਕਰ ਰਹੇ ਹਾਂ ਵੀ ਹੁਣ ਜਦੋਂ ਦੂਜੀ ਵਾਰ ਆਈਏ ਤੇ ਸਾਈਕਲਾਂ ਤੇ ਆਈਏ, ਤੇ ਐਰਕੀ ਅਸੀਂ ਸਾਈਕਲਾਂ ਤੇ ਨਹੀਂ ਆਏ। ਐਸਕੀ ਅਸੀਂ ਟੈਂਟ ਵਗੈਰਾ ਆਪਣਾ ਲੈ ਕੇ ਆਏ ਆ, ਇਸ ਕਰਕੇ ਫਿਰ ਉਹਦੇ ਹਿਸਾਬ ਨਾਲ ਆਏ ਸੀ। ਵਗ ਰਹੀਆਂ ਇਹਨਾਂ ਹਵਾਵਾਂ ਨੂੰ ਕਿਵੇਂ ਵੇਖਦੇ ਹੋ ਭਾਜੀ? ਮੈਨੂੰ ਇੰਝ ਲੱਗਦਾ ਥਲੀ ਸਾਹਿਬ ਵੀ ਸਾਨੂੰ ਸਾਰਿਆਂ ਨੂੰ ਰਲ ਕੇ ਮੋਦੀ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ। ਉਹ ਕਿਉਂ ਜੀ? ਲੱਗੂਗਾ ਹੋਰ ਤਰ੍ਹਾਂ ਦੀ ਗੱਲ ਕਿ ਮੋਦੀ ਸਾਹਿਬ ਨੂੰ ਧੰਨਵਾਦ ਕਿਉਂ ਦੇਣਾ ਚਾਹੀਦਾ। ਸਾਨੂੰ ਇੰਝ ਨਹੀਂ ਸੀ ਲੱਗਦਾ ਵੀ ਅਸੀਂ ਜਿਵੇਂ ਸੁੰਗੜ ਜੇ ਗਏ ਆ, ਅਸੀਂ ਜਿਵੇਂ ਮਰਦਿਆਂ ਜਿਹਾਂ 'ਚ ਹੋ ਗਏ ਆ। ਔਰ ਉਹਨੇ ਜਦੋਂ ਸਾਨੂੰ ਇਹ ਮੌਕਾ ਦਿੱਤਾ ਇਕੱਠੇ ਹੋਣ ਦਾ, ਜਦੋਂ ਸਾਡੇ ਤੇ ਬੜਾ ਇਸ ਤਰ੍ਹਾਂ ਦੇ ਇਲਜ਼ਾਮ ਤਰਾਸ਼ੀ ਹੋਣ ਲੱਗ ਪਈ ਵੀ ਅਸੀਂ ਕੌਣ ਆ, ਸਾਡੇ ਅਸੀਂ ਵੱਖ ਕਿਉਂ ਆ, ਜਦੋਂ ਕਿ ਬਾਬੇ ਨਾਨਕ ਨੇ ਸਭੇ ਸਾਜੀਵਾਲ ਸਦਾਇਨ ਦਾ ਸੰਦੇਸ਼ ਦਿੱਤਾ, ਅਸੀਂ ਉਹਦੇ ਬੱਚੇ ਆ, ਉਹਦੇ ਵਾਰਸ ਆ ਤੇ ਅਸੀਂ ਸਾਰੇ ਹੀ ਉਹਦੇ ਬੱਚੇ ਆ। ਉਹਦੇ ਵਿੱਚ ਨਾ ਹਿੰਦੂ, ਸਿੱਖ, ਮੁਸਲਮ, ਈਸਾਈ ਕੋਈ ਕਿਸੇ ਦੀ ਪਰਿਭਾਸ਼ਾ 'ਚ ਨਹੀਂ ਆਉਂਦਾ। ਤੇ ਮੋਦੀ ਦਾ ਧੰਨਵਾਦੀ ਸਾਨੂੰ ਇਸ ਕਰਕੇ ਹੋਣਾ ਚਾਹੀਦਾ ਵੀ ਉਹਨੇ ਅਹਿਸਾਸ ਕਰਾਇਆ, ਇਕੱਲਾ ਸਾਨੂੰ ਨਹੀਂ, ਦੇਸ਼ ਦੇ ਲੋਕਾਂ ਨੂੰ, ਦੇਸ਼ ਦੇ ਕਿਸਾਨਾਂ ਨੂੰ, ਦੇਸ਼ ਦੇ ਇਨਸਾਨਾਂ ਨੂੰ, ਸਾਰਿਆਂ ਨੂੰ ਇਹ ਸਮਝ ਲੱਗੀ ਆ ਕਿ ਇਹ ਜਿਹੜੇ ਲੁਟੇਰੇ ਆ ਇਹ ਕਿਵੇਂ ਆਪਣੇ ਨਿੱਕੇ ਨਿੱਕੇ ਮੋਹਰਿਆਂ ਨੂੰ ਅੱਗੇ ਲਾ ਕੇ ਸਰਕਾਰਾਂ ਬਣਾ ਲੈਂਦੇ ਆ ਤੇ ਉਹਨਾਂ ਰਾਹੀਂ ਲੁੱਟਦੇ ਆ। ਤੁਸੀਂ ਅੰਦਾਜ਼ਾ ਲਾਓ ਵੀ ਉਸ ਦੌਰ 'ਚ ਜਦੋਂ ਮਜ਼ਦੂਰ ਵਿਚਾਰਾ 1200 ਕਿਲੋਮੀਟਰ ਤੁਰ ਕੇ ਜਾਣ ਨੂੰ, ਬੱਚੀਆਂ ਆਪਣੇ ਮਾਪਿਆਂ ਤੇ ਸਾਈਕਲਾਂ ਤੇ ਲਿਜਾ ਕੇ ਰੋਟੀ ਤੋਂ ਆਤਰ ਹੋ ਗਿਆ, ਉਸ ਦੌਰ ਦੇ ਵਿੱਚ ਇਹਨਾਂ ਘਰਾਣਿਆਂ ਦੀ ਰੋਜ਼ਾਨਾ ਦੀ ਆਮਦਨ ਕਿਸੇ ਦੀ 345 ਕਰੋੜ, ਕਿਸੇ ਦੀ 449 ਕਰੋੜ ਵੱਧ ਰਹੀ ਆ ਕਰੋਨਾ ਦੇ ਦੌਰ 'ਚ, ਤੇ ਸਾਡੇ ਮੂੰਹ ਤੋਂ ਰੋਟੀ ਵੀ ਖੋਈ ਜਾ ਰਹੀ ਆ। ਇਹ ਜਿਹੜਾ ਅੱਜ ਮੁੱਦਾ ਬਣਿਆ ਥਲੀ ਸਾਹਿਬ, ਇਹ ਇਕੱਲੇ ਕਾਨੂੰਨਾਂ ਦਾ ਨਹੀਂ, ਕਿਉਂਕਿ ਕਾਨੂੰਨਾਂ ਦੀ ਗੱਲ ਤਾਂ ਸਾਡੇ ਲੀਡਰਾਂ ਨੇ ਬੜੀ ਵਾਰ ਸਮਝਾਤੀ ਉਹਨਾਂ ਨੂੰ। ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਨੇ ਕਰਦੇ ਆ, ਪਰ ਉਹਨਾਂ ਨੂੰ, ਮੈਨੂੰ ਇੰਝ ਲੱਗਦਾ ਵੀ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਇਹ ਕਿੰਨਾ ਸਿਆਣਾ ਇਨਸਾਨ ਹੈ ਅੱਜ ਦਾ, ਕਿੰਨਾ ਸਿਆਣਾ ਕਿਸਾਨ ਅੱਜ ਦਾ, ਜਿਹੜਾ ਆਉਣ ਵਾਲੇ ਭਵਿੱਖ ਨੂੰ ਸਮਝ ਜਾਂਦਾ ਹੁਣ ਵੀ ਮੇਰੇ ਹੱਥੋਂ ਕੱਲੀ ਮੇਰੀ ਰੋਟੀ ਨਹੀਂ ਖੋਈ ਜਾ ਰਹੀ, ਮੇਰੇ ਹੱਥੋਂ ਜ਼ਮੀਨ ਖੋਈ ਜਾ ਰਹੀ ਹੈ ਜਿਹਨੂੰ ਉਹ ਮਾਂ ਆਖਦਾ ਹੈ। ਸਾਡੇ ਕੋਲ ਕਿਸੇ ਕੋਲ ਕਿੱਲਾ ਜ਼ਮੀਨ ਦਾ ਹੋਵੇ, ਅੱਧਾ ਕਿੱਲਾ ਜ਼ਮੀਨ ਦਾ ਹੋਵੇ, ਉਹ ਸਾਰੀ ਜ਼ਿੰਦਗੀ ਭੁੱਖਾ ਤਾਂ ਮਾਰ ਸਕਦਾ, ਉਹਨੇ ਟੁਕੜੇ ਨੂੰ ਵਾਹੁੰਦਾ ਘੱਟ ਰੋਟੀ ਤਾਂ ਖਾ ਸਕਦਾ, ਪਰ ਉਹਨੂੰ ਛੱਡ ਨਹੀਂ ਸਕਦਾ। ਤੇ ਜੇ ਸਾਨੂੰ ਇਹ ਲਾਲਚ ਦਿੱਤਾ ਜਾਵੇ ਕਿ ਤੁਹਾਨੂੰ ਜਿਹੜੀ ਆ ਸਾਲਾਨਾ ਦੀ ਕਮਾਈ 50,000 ਦੀ ਬਜਾਏ ਲੱਖ ਹੋ ਜਾਏਗੀ, 2 ਲੱਖ ਹੋ ਜਾਏਗੀ, ਤੇ ਸਾਨੂੰ ਇਹ ਗੱਲ ਇਸ ਤਰ੍ਹਾਂ ਦੀ ਲੱਗਦੀ ਆ ਜਿਵੇਂ ਕੋਈ ਸਾਨੂੰ ਇੰਝ ਕਵੇ ਕਿ ਲੈ ਬਈ ਤੈਨੂੰ ਮੈਂ ਤੇਰੀ ਮਾਂ ਦੀ ਕੀਮਤ ਦੇਣਾ 5 ਲੱਖ ਤੇ ਆਪਦੀ ਮਾਂ ਵੇਚ ਦੇ। ਇਹ ਹੁਣ ਅਸੀਂ ਆਪਣੀ ਮਾਂ ਕਿਵੇਂ ਦੇ ਦਿਆਂਗੇ? ਅਸੀਂ ਤਾਂ ਜਿਹੜਾ ਸਾਡੇ ਵੱਟ ਨੂੰ ਹੱਥ ਪਾਉਂਦਾ ਉਹਦੇ ਗਲ 'ਚ ਹੱਥ ਪਾਉਂਦੇ ਆ, ਤੇ ਜਿਹੜਾ ਸਾਡੀ ਮਾਂ ਨੂੰ ਕੁਝ ਕਵੇ, ਧੀ ਭੈਣ ਨੂੰ ਕੁਝ ਕਵੇ, ਤੇ ਅਸੀਂ ਉਹਨੂੰ ਮਾਂ ਕਹਿੰਦੇ ਆ। ਜ਼ਮੀਨ ਨੂੰ ਮਾਂ ਕਹਿਣ ਵਾਲੇ ਲੋਕ ਆ। ਕਿਸਾਨ ਜਿਹੜਾ ਸਮੁੱਚੇ ਭਾਰਤ ਦਾ ਇਸ ਵੇਲੇ ਇੱਕ ਆ, ਛੋਟੀ ਹੱਟੀ ਦੀ, ਛੋਟੀ ਭੱਠੀ ਦੀ, ਛੋਟੇ ਵਪਾਰੀ ਦੀ ਗੱਲ ਹੈ। ਜਿਵੇਂ ਛੋਟੀਆਂ ਹੱਟੀਆਂ ਨੂੰ ਮਾਲ ਖਾ ਗਏ ਆ, ਇਸੇ ਤਰ੍ਹਾਂ
ਹਜ਼ਾਰਾਂ ਏਕੜ ਦੇ ਇਹ ਵੱਡੇ ਵੱਡੇ ਪਲਾਟ ਬਣਾਉਣੇ ਚਾਹੁੰਦੇ ਆ, ਜਿਨ੍ਹਾਂ ਦੇ ਵਿੱਚ ਕਿਸਾਨ ਖਤਮ ਹੋ ਜਾਣਗੇ, ਕਿਸਾਨ ਮਜ਼ਦੂਰ ਹੋ ਜਾਣਗੇ। ਤੇ ਮਜ਼ਦੂਰ ਜਿਹੜਾ ਵਾ, ਜੇ ਸਨਮਾਨਯੋਗ ਮਜ਼ਦੂਰੀ ਮਿਲੇ ਉਹਨੂੰ, ਤੇ ਫਿਰ ਤਾਂ ਉਹ ਮਜ਼ਦੂਰ ਵੀ ਮਾਣ ਕਰ ਸਕਦਾ ਆਪਣੀ ਮਜ਼ਦੂਰੀ ਤੇ। ਤੁਸੀਂ ਖਤਮ ਹੋਣ ਦੀ ਗੱਲ ਕਹੀ ਹੈ ਭਾਜੀ, ਮਾਫ ਕਰਨਾ ਵਿੱਚ ਟੋਕ ਰਿਹਾ, ਪਰ ਕਿਵੇਂ? ਉਹ ਕਹਿੰਦੇ ਸਾਨੂੰ ਦੱਸੋ ਤਾਂ ਸਹੀ। ਨਰਿੰਦਰ ਮੋਦੀ, ਤੁਸੀਂ ਗੱਲ ਸਿਆਣਪ ਦੀ ਵੀ ਕੀਤੀ ਸੀ ਵੀ ਕਿਸਾਨ ਸਿਆਣੇ ਹੋ ਗਏ, ਉਹਨਾਂ ਨੂੰ ਵੀ ਪਤਾ ਲੱਗਿਆ, ਪਰ ਉਹ ਕਹਿੰਦਾ ਨਹੀਂ, ਮੇਰੇ ਨਾਲ ਬੈਠੋ, ਮੈਂ ਸਮਝਾਵਾਂਗਾ ਤੁਹਾਨੂੰ ਕਿਵੇਂ ਇਹ ਕਾਨੂੰਨ ਚੰਗੇ ਨੇ। ਤੇ ਤੁਸੀਂ ਗੱਲ ਕੀਤੀ ਹੈ ਵੀ ਇਹ ਖਤਮ ਹੋ ਜਾਣਗੇ ਮਜ਼ਦੂਰ, ਇਹ ਕਿਵੇਂ? ਥਲੀ ਸਾਹਿਬ, ਇਹ ਤਾਂ ਉਹਨਾਂ ਦੇ ਆਪਣੇ ਹੀ ਜਿਹੜੇ ਆਸ਼ੇ 'ਚ ਪਿਆ ਵਾ, ਜੋ ਉਹਨਾਂ ਨੇ ਪਹਿਲਾਂ ਕੀਤਾ 2006 ਦੇ ਵਿੱਚ ਬਿਹਾਰ ਦੇ ਵਿੱਚ ਉਹਨਾਂ ਨੇ APMC ਖਤਮ ਕੀਤੀਆਂ। ਤੇ ਤੁਸੀਂ ਬਿਹਾਰ ਦੇ ਕਿਸਾਨਾਂ ਦਾ ਹਾਲ ਜਾ ਕੇ ਨਾ ਉਹਨਾਂ ਪਿੰਡਾਂ 'ਚ ਇੰਟਰਵਿਊ ਕਰਕੇ ਦੇਖੋ ਵੀ ਉਹਨਾਂ ਵਿਚਾਰਿਆਂ ਦਾ ਕੀ ਹਾਲ ਹੈ। ਉੱਥੋਂ ਦਾ 10 ਕਿੱਲੇ ਵਾਲਾ ਕਿਸਾਨ ਜਿਹੜਾ ਵਾ, ਪੰਜਾਬ ਦੇ 5 ਕਿੱਲੇ ਵਾਲੇ, ਹਰਿਆਣੇ ਦੇ 5 ਕਿੱਲੇ ਵਾਲੇ ਕਿਸਾਨ ਦੇ ਕੋਲ ਆ ਕੇ ਮਜ਼ਦੂਰੀ ਕਰਦਾ। ਉਹਨਾਂ ਦਾ ਝੋਨਾ ਹੁਣ ਵੀ, ਜੀਰੀ ਹੁਣ ਵੀ, ਬਹੁਤ ਸਾਰੀਆਂ ਵੀਡੀਓ ਆ ਚੁੱਕੀਆਂ, ਤੁਹਾਡੇ ਵਰਗੇ ਸੱਜਣਾ ਨੇ ਜਿਹੜੇ ਫੇਅਰ ਕਰਦੇ ਨੇ ਇੰਟਰਵਿਊਜ਼, ਉਹ ਵੇਖੀਆਂ ਹੋਣਗੀਆਂ ਕਿ ਉਹ ਕਿਵੇਂ ਵਿਚਾਰੇ ਹੁਣ ਵੀ ਆਪਣੇ ਖੇਤਾਂ ਦਾ ਝੋਨਾ, ਜਿਵੇਂ ਅਸੀਂ ਪੁਰਾਣੇ ਜ਼ਮਾਨੇ 'ਚ ਉਹ ਲਾ ਕੇ ਰੱਖਦੇ ਸੀ, ਕਣਕ ਵੱਢ ਕੇ ਲਾ ਲੈਂਦੇ ਸੀ, ਫਿਰ ਹੌਲੀ ਹੌਲੀ ਝਾੜਦੇ ਸੀ, ਕੁੱਟਦੇ ਸੀ, ਕੱਢਦੇ ਸੀ, ਉਹਨੂੰ ਮਲਿਆਂ ਰਾਹੀਂ ਵਾਹੁੰਦੇ ਸੀ। ਉਹ ਵਿਚਾਰੇ ਹੁਣ ਵੀ ਆਪਣਾ ਝੋਨਾ ਉਸੇ ਤਰ੍ਹਾਂ ਕਰ ਰਹੇ ਨੇ। ਤੇ ਉਹਨਾਂ ਦੇ ਹਾਲਾਤ ਇਹ ਨੇ ਕਿ ਉਹ 500 ਰੁਪਏ ਕੁਇੰਟਲ ਤੱਕ ਬਿਹਾਰ 'ਚ ਝੋਨਾ ਜਿਹੜਾ ਨਾ, ਉਹ ਕਹਿੰਦੇ ਆਉਣੇ ਪਾਉਣੇ ਦਾ ਸਾਨੂੰ ਹੁਣ ਵੀ 800 ਵੀ ਨਹੀਂ ਮਿਲ ਰਿਹਾ ਬਿਹਾਰ 'ਚ। 500 ਰੁਪਏ ਕੁਇੰਟਲ ਤੱਕ ਵੇਚਣ ਨੂੰ ਮਜਬੂਰ ਨੇ ਵਿਚਾਰੇ। ਉਹਨਾਂ ਕੋਈ ਲੈਂਦਾ ਹੀ ਨਹੀਂ, ਉਹਦੇ ਅਖੀਰ ਦੇ ਵਿੱਚ ਸਾਡੇ ਮੁੱਲ ਵੀ ਨਹੀਂ ਵੱਟਿਆ ਜਾਂਦਾ। ਤੇ ਇਹ ਲੋਕ ਸਾਨੂੰ ਉਧਰ ਨੂੰ ਲੈ ਕੇ ਜਾਣਾ ਚਾਹੁੰਦੇ ਆ। ਤੇ ਇਹਨਾਂ ਫਿਰ ਜਿਹੜੇ ਇੱਥੇ ਨੌਜਵਾਨ ਆਏ ਹੋਏ ਨੇ ਜੀ, ਗੱਲ ਅਸੀਂ ਕਈ ਵੀ ਸਾਰੇ ਲੋਕ ਆ ਗਏ ਇੱਥੇ, ਕਿਸਾਨ ਵਗੈਰਾ ਵੀ ਆਏ ਹੋਏ ਨੇ, ਪਰ ਜਿਨ੍ਹਾਂ ਦੀ ਜ਼ਮੀਨਾਂ ਹੀ ਨਹੀਂ ਜੀ, ਉਹ ਕਿਉਂ ਆਏ ਹੋਏ ਨੇ ਇੱਥੇ ਫਿਰ? ਥਲੀ ਸਾਹਿਬ, ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਨ੍ਹਾਂ ਦੀ ਜ਼ਮੀਨ ਨਹੀਂ, ਤੇ ਇਹ ਤਾਂ ਸਾਡੀ ਮਾਂ ਦੀ ਲੜਾਈ ਆ। ਸਾਰੀ ਧਰਤੀ ਤਾਂ ਕਿਸੇ ਦੀ ਮਾਂ ਆ ਨਾ, ਜਿੱਥੇ ਉਹ ਜੰਮਿਆ ਉਹਦੀ ਮਾਂ ਆ ਉਹ। ਇਹ ਜ਼ਰੂਰੀ ਨਹੀਂ ਕਿ ਮੈਂ ਜੇ ਕਿਸੇ ਟੋਟੇ ਦਾ ਮਾਲਕ ਤਾਂ ਹੀ ਬਣੂ ਜੇ ਉਹ ਟੋਟਾ ਮੇਰੀ ਕਿਸੇ ਖਾਤੇ 'ਚ ਚੜਿਆ ਹੋਇਆ ਸਰਕਾਰ ਦੇ ਕਾਗਜ਼ਾਂ 'ਚ। ਮੈਂ ਜਿਹੜੇ ਪਿੰਡ 'ਚ ਜੰਮਿਆ, ਇੱਕ ਖਿੱਤਾ ਨਹੀਂ, ਇੱਕ ਮਰਲਾ ਨਹੀਂ, ਮੈਂ ਉਸ ਧਰਤੀ ਦਾ ਪੁੱਤ ਹਾਂ। ਇਹ ਸਾਰੇ ਉਹ ਲੋਕ ਨੇ ਜਿਹੜੇ ਉਹਨੂੰ ਆਪਣਾ ਮਾਂ ਸਮਝਦੇ, ਉਸ ਧਰਤੀ ਦੇ ਪੁੱਤ ਸਮਝਦੇ। ਤੁਸੀਂ ਵੀ ਇੱਕ ਭਾਜੀ ਕਵੀ ਹੋ, ਭਾਜੀ ਵੀ ਕਵੀ ਨੇ। ਜਿਹੜਾ ਕਵੀ ਹੁੰਦਾ, ਆਰਟਿਸਟ ਹੁੰਦਾ, ਉਹਦਾ ਹਿਰਦਾ ਨਰਮ ਹੁੰਦਾ ਬਹੁਤ। ਤੇ ਕੁਝ ਆਰਟਿਸਟ ਸਾਡੇ ਉਧਰਲੇ ਪਾੜੇ ਦੇ ਵਿੱਚ ਵੀ ਬੈਠੇ ਨੇ, ਫਿਰ ਉਹਨਾਂ ਨੂੰ ਕਿਸ ਨਜ਼ਰੀਏ ਨਾਲ ਦੇਖੀਏ ਜੀ ਅਸੀਂ? ਗੱਲ ਇੰਝ ਆ ਵੀ ਇਹ ਹਰ ਦੌਰ 'ਚ ਹੋਇਆ। ਪਿਛੋਕੜ ਤੋਂ ਲੈ ਕੇ ਜੇ ਆਪਾਂ ਇਤਿਹਾਸ 'ਚ ਨਾ ਜਾਵਾਂਗੇ ਲੰਮਾ ਕੰਮ ਹੋ ਜੂ। ਇਹ ਹਰ ਦੌਰ 'ਚ ਹੋਇਆ। ਰਾਜੇ ਆਪਣੇ ਕਵੀ ਵੀ ਰੱਖਦੇ ਰਹੇ, ਰਾਜੇ ਆਪਣੇ ਇਤਿਹਾਸਕਾਰ ਵੀ ਰੱਖਦੇ ਰਹੇ, ਰਾਜੇ ਆਪਣਾ ਸਾਰਾ ਕੁਝ ਢਾਂਚਾ ਇਸ ਤਰ੍ਹਾਂ ਦਾ ਚਲਾਉਂਦੇ ਰਹੇ। ਰਾਜਿਆਂ ਦੇ ਕਸ਼ੀਦੇ ਪੜ੍ਹੇ ਜਾਂਦੇ ਰਹੇ ਸ਼ੁਰੂ ਤੋਂ। ਇਹ ਉਸ ਤਰ੍ਹਾਂ ਦੇ ਕਸ਼ੀਦੇ ਪੜ੍ਹਨ ਵਾਲੇ ਲੋਕ ਆ, ਉਹ ਬੜੀ ਆਰਾਮ ਨਾਲ ਮਿਲ ਜਾਂਦੇ ਆ। ਉਹਨਾਂ ਨੂੰ ਬੜੀਆਂ ਸੋਹਣੀਆਂ ਪੇਮੈਂਟਾਂ ਹੁੰਦੀਆਂ ਨੇ, ਬੜੇ ਸੋਹਣੇ ਇਨਾਮ ਮਿਲਦੇ ਉਹਨਾਂ ਨੂੰ, ਬੜੇ ਸੋਹਣੇ ਉਹਨਾਂ ਦੇ ਮੂੰਹ ਚੋਪੜੇ ਜਾਂਦੇ ਆ। ਇਸ ਕਰਕੇ ਇਸ ਤਰ੍ਹਾਂ ਦੇ ਲੋਕ ਤਾਂ ਹਰ ਦੌਰ 'ਚ ਹੋਏ ਆ। ਮੁਗਲਾਂ ਦੇ ਦੌਰ 'ਚ ਵੀ ਹੋਏ ਆ, ਅੰਗਰੇਜ਼ਾਂ ਦੇ ਦੌਰ 'ਚ ਵੀ ਹੋਏ ਆ। ਇਹ ਹਰ ਦੌਰ 'ਚ ਹੁੰਦੇ ਆ, ਹੁੰਦੇ ਰਹਿਣਗੇ ਵੀਰ ਜੀ। ਸੋ ਤੁਹਾਨੂੰ ਹੁਣੇ ਸ਼੍ਰੋਮਣੀ ਕਵੀ ਦਾ ਅਵਾਰਡ ਜਿਹੜਾ ਮਿਲਿਆ ਜੀ, ਉਹਦੇ ਲਈ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਬਹੁਤ। ਸ਼ੁਕਰੀਆ ਜੀ, ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਕਿ ਤੁਸੀਂ ਸਾਨੂੰ ਲੋਕਾਂ ਦੇ ਨਾਲ, ਆਵਾਮ ਦੇ ਨਾਲ ਸਾਡੀ ਜਿਹੜੀ ਗੁਫ਼ਤਗੂ ਉਹ ਕਰਵਾ ਰਹੇ ਹੈਗੇ। ਬਹੁਤ ਮਿਹਰਬਾਨੀ। ਕਿਵੇਂ ਵੇਖਦੇ ਹੋ ਜੀ ਫਿਰ ਇਸ ਅੰਦੋਲਨ ਨੂੰ? ਇੱਥੇ ਕੀ ਤਜਰਬਾ ਰਿਹਾ ਜੀ ਆ ਕੇ? ਮੇਰਾ ਖਿਆਲ, ਮੈਂ ਜੇ ਆਪਣੀ ਗੱਲਬਾਤ ਨੂੰ, ਇਹਨਾਂ ਦੀ ਗੱਲਬਾਤ ਦੀ ਤਾਇਦ ਕਰਦਾ ਹੋਇਆ ਇੱਕ ਕਵਿਤਾ ਦਾ ਜਿਹੜਾ ਹੈਗਾ ਕੁਛ ਤੁਹਾਨੂੰ ਸੁਣਾ ਦੇਵਾਂ। ਜ਼ਰੂਰ ਜੀ, ਜ਼ਰੂਰ ਇੱਥੋਂ ਦੀ ਅੰਦੋਲਨ ਦੀ ਕਵਿਤਾ ਉਹ ਜ਼ਿਆਦਾ ਚੰਗਾ ਰਹੇਗਾ ਜੀ। 1 ਮਿੰਟ ਦੇ ਲਈ ਬਸ ਮੈਂ ਹਾਜ਼ਰ ਹੋ ਰਿਹਾ ਕਿ ਜਿਹੜਾ ਪੰਜਾਬ ਹੈਗਾ ਹੈ ਨਾ ਜੀ, ਮੈਂ ਸਮਝਦਾ ਕਿ ਉਹਦੀ ਪੁਨਰ ਸਰਜੀਤੀ ਹੋ ਰਹੀ ਹੈ ਕਿਸਮ ਦੀ। ਪੰਜਾਬ ਇੱਕ ਕਿਸਮ ਦਾ, ਇਹ 'ਤੇ ਬੜੇ ਵੱਡੇ ਇੱਕ ਬਲੇਮ ਲੱਗੇ ਸੀ, ਬੜੀ ਡੈੱਡ ਅਵਸਥਾ ਦੇ ਵਿੱਚ, ਬੜੀ ਸਲੱਗਿਸ਼ ਅਵਸਥਾ ਦੇ ਵਿੱਚ ਗੁਜ਼ਰ ਰਿਹਾ ਸੀ। ਤੇ ਇਹ ਜਿਹੜਾ ਅੰਦੋਲਨ ਹੈਗਾ, ਇਸ ਨੇ ਪੰਜਾਬ ਦੀਆਂ ਰਗਾਂ ਦੇ ਵਿੱਚ ਜਿਹੜਾ ਸੁਸਤ ਹੋਇਆ ਲਹੂ ਹੈਗਾ ਸੀ, ਉਸ ਨੂੰ ਫਿਰ ਦੌੜਨਾ ਸ਼ੁਰੂ ਕਰਵਾ ਦਿੱਤਾ ਹੈਗਾ। ਤੋ ਇਸੇ ਪ੍ਰਸੰਗ ਦੇ ਵਿੱਚ ਮੈਂ ਤੁਹਾਡੇ ਨਾਲ ਆਪਣੀਆਂ ਕਵਿਤਾ ਦੀ ਲਾਈਨਾਂ ਕੋ ਸ਼ੁਰੂ ਕਰ ਰਿਹਾ। ਫਿਰ ਉੱਠੀ ਸਦਾ, ਫਿਰ ਉੱਠੀ ਸਦਾ ਆਵਾਜ਼,
ਫਿਰ ਮੇਰੇ ਖੱਤਿਆਂ 'ਚ ਕੋਈ ਸੱਤਿਆ ਜਾਗੀ, ਜੀ ਫਿਰ ਜਗਮਗਾਉਂਦੇ ਜੁਗਨੂਆਂ ਕੁਤਬ ਦੀ ਲਾਟ ਪਿਘਲਾ ਦਿੱਤੀ। ਵਾਹ ਫਿਰ ਬੋਹੜਾਂ ਪਿੱਪਲਾਂ ਤੇ ਤੂਤਾਂ ਨੇ ਅੰਗੜਾਈ ਭੰਨੀ, ਵਾਹ ਵਾਹ ਫਿਰ ਬਾਜਰੇ ਦੇ ਸਿੱਟਿਆਂ ਸ਼ਨੀ ਨੂੰ ਸ਼ਿਸ਼ਤ ਸੇਧੀ, ਫਿਰ ਕਣਕ ਦੇ ਦਾਣੇ ਬੁਰਿਆਂ ਨੂੰ ਸ਼ਰਿਆਂ ਵਾਂਗ ਵੱਜੇ, ਬਹੁਤ ਖੂਬ। ਫਿਰ ਰਾਹੂ ਕੇਤੂ ਨੂੰ ਆਲੂ ਪਿਆਜ਼ ਗਰਨੇਟਾਂ ਵੱਤ ਲੱਗੇ, ਫਿਰ ਹੱਥ ਲੰਮੀਆਂ ਮਕਈ ਦੀਆਂ ਛੱਲੀਆਂ ਮਜ਼ਾਈਲਾਂ ਬਣ ਚੱਲੀਆਂ, ਫਿਰ ਓਰਿਆਂ 'ਚ ਗੰਨਿਆਂ ਦੀਆਂ ਪੋਰੀਆਂ ਬੰਦੂਕਾਂ ਬਣ ਉੱਗੀਆਂ, ਜੀ ਫਿਰ ਮੂੰਜੀ ਦੀਆਂ ਮੂੰਜਰਾਂ ਮੋਰਚੇ ਸੰਭਾਲ ਲੈ ਮੇਰੀਆਂ ਭੈਣਾਂ। ਇਹ ਸਭ ਮੈਂ ਫਸਲਾਂ ਦੇ ਬਿੰਬ ਲਾਏ ਹੈਗੇ ਨੇ। ਫਿਰ ਮੂੰਜੀ ਦੀਆਂ ਮੂੰਜਰਾਂ ਮੋਰਚੇ ਸੰਭਾਲ ਲੈ, ਫਿਰ ਨਰਮੇ ਨੇ ਨਰਮਾਈ ਦੇ ਨੇਮ ਸਭ ਤਿਆਗ ਤੇ, ਫਿਰ ਆੜ ਦਾ ਪਾਣੀ ਕਿਨਾਰਿਆਂ ਨਾਲ ਖਹਿ ਕੇ ਤੁਰਿਆ, ਫਿਰ ਵੱਟਾਂ ਬੰਨਿਆਂ ਦਾ ਹਮਾ ਤੁਮਾ ਕੁਝ ਖੁਰਿਆ। ਜਿਹੜਾ ਅਸੀਂ ਵੱਟਾਂ ਬੰਨਿਆਂ ਤੋਂ ਲੜਦੇ ਰਹਿੰਦੇ ਸੀ ਨਾ, ਅੱਜ ਅਸੀਂ ਸਭ ਇਕੱਤਰ ਹੋ ਗਏ ਹਾਂ। ਵਾਹ ਵਾਹ ਬਹੁਤ ਕਮਾਲ ਫਿਰ ਆੜ ਦਾ ਪਾਣੀ ਕਿਨਾਰਿਆਂ ਨਾਲ ਖਹਿ ਕੇ ਤੁਰਿਆ, ਜੀ ਫਿਰ ਵੱਟਾਂ ਬੰਨਿਆਂ ਦਾ ਹਮਾ ਤੁਮਾ ਕੁਝ ਖੁਰਿਆ, ਫਿਰ ਚਿੜੀਆਂ ਸ਼ਹਿ ਕੇ ਬੈਠਾ ਬਾਜ ਜਾ ਦਬੋਚਿਆ, ਫਿਰ ਗਟਾਰਾਂ ਆਂਡੇ ਪੀਣਾ ਨਾਗ ਖੁੱਡ ਚੋਂ ਬਾਹਰ ਕੱਢ ਲਿਆ, ਫਿਰ ਉੱਲੂ ਦੇ ਪੱਠੇ ਇਹਨਾਂ ਦੇ ਜਿਹੜੇ ਨੁਮਾਇੰਦੇ ਆਉਂਦੇ ਹੈਗੇ ਨੇ, ਬਹੁਤ ਖੂਬ। ਫਿਰ ਉੱਲੂ ਦੇ ਪੱਠੇ ਪੁੱਠੇ ਖੰਭੇ ਉੱਡ ਗਏ, ਫਿਰ ਪਲੇ ਹੋਏ ਮੁੱਛਲ ਚੂਹੇ ਖੁੱਡਾਂ ਦੇ ਵਿੱਚ ਦੁਬਕ ਗਏ, ਫਿਰ ਚੌਥੇ ਦਾ ਚੰਨ 14ਵੀਂ ਦਾ ਹੋ ਚਮਕਿਆ, ਫਿਰ ਕੱਤੇ ਦਾ ਸੂਰਜ ਵਿਸਾਖ ਦਾ ਬਨ ਲਿਸ਼ਕਿਆ, ਫਿਰ ਚਾਂਦੀ ਰੰਗੀ ਧੁੱਪ ਕੁਝ ਕੁ ਬਸੰਤੀ ਹੋਈ, ਫਿਰ ਸੁਗੰਧ ਸਮੀਰ ਚੋਂ ਲਲਕਾਰ ਦੀ ਆਵਾਜ਼ ਆਈ, ਫਿਰ ਮੇਰੇ ਖੱਤਿਆਂ 'ਚ ਕੋਈ ਸੱਤਿਆ ਜਾਗੀ, ਫਿਰ ਜਗਮਗਾਉਂਦੇ ਜੁਗਨੂਆਂ ਨੇ ਕੁਤਬ ਦੀ ਲਾਟ ਪਿਘਲਾ ਦਿੱਤੀ। ਬਹੁਤ ਸੋ ਇਸ ਪ੍ਰਸੰਗ ਦੇ ਵਿੱਚ ਮੈਂ ਇਹ ਕਹਿਣਾ ਚਾਹਣਾ ਕਿ ਪੰਜਾਬ ਬੜੀ ਇੱਕ ਸੁਸਤ ਅਵਸਥਾ ਦੇ ਵਿੱਚੋਂ ਲੰਘ ਰਿਹਾ ਸੀ ਤੇ ਉਸ ਨੂੰ ਫਿਰ ਜਾਗ ਆਈ ਹੈ। ਪੰਜਾਬ ਦੇ ਉੱਤੇ ਬੜੇ ਵੱਡੇ ਦੋਸ਼ ਲਾਪੇ ਜਾ ਰਹੇ ਸੀ ਕਿ ਇੱਥੋਂ ਦਾ ਜਿਹੜਾ ਸਮੁੱਚਾ ਨੌਜਵਾਨ ਹੈਗਾ ਉਹ ਨਸ਼ੇੜੀ ਹੋ ਗਿਆ, ਉਹ ਫੁਕਰਾ ਹੈਗਾ। 100 ਗੱਲਾਂ ਹੋਰ ਜੋੜੀਆਂ ਜਾਂਦੀਆਂ ਸੀ ਪੰਜਾਬ ਨੂੰ ਨੀਵਾਂ ਦਿਖਾਉਣ ਖਾਤਰ, ਜਾਂ ਪੰਜਾਬ ਜਿਹੜਾ ਹੈਗਾ ਸਾਰਾ ਵਿਦੇਸ਼ਾਂ 'ਚ ਭੱਜ ਗਿਆ। ਅੱਜ ਤੁਸੀਂ ਦੇਖ ਰਹੇ ਹੋ ਇੱਥੇ ਜਿਹੜਾ ਮਹਾਂ ਸੰਗਰਾਮ ਛਿੜਿਆ ਹੋਇਆ ਹੈਗਾ। ਮੈਂ ਇਸ ਨੂੰ ਹਿੰਦੁਸਤਾਨ ਦਾ ਇੱਕ ਤਬਦੀਲੀਆਂ ਦਾ ਗੇਟਵੇ ਆਫ ਮੈਂ ਕਹਿਣਾ ਚਾਹਣਾ। ਤੋ ਪੰਜਾਬ ਹਮੇਸ਼ਾ ਹੀ ਗੇਟਵੇ ਰਿਹਾ ਹੈ ਇੰਡੀਆ ਦਾ, ਭਾਵੇਂ ਇੱਥੇ ਧਾੜਵੀ ਆਏ ਤੇ ਭਾਵੇਂ ਧਾੜਵੀ ਅਸੀਂ ਰੋਕੇ। ਸੋ ਜਦੋਂ ਇੱਥੇ ਸਿਕੰਦਰ ਆਇਆ ਮਹਾਨ, ਜਿਹਨੇ ਸਾਰੀ ਦੁਨੀਆ ਜਿੱਤ ਲਈ ਹੈਗੀ ਸੀ, ਉਸ ਨੂੰ ਜੇ ਰੋਕਿਆ ਤੇ ਪੋਰਸ ਮਹਾਨ ਸਾਡੇ ਪੰਜਾਬ ਦਾ ਜਿਹੜਾ ਹੈਗਾ ਸੀ ਖੂਨ, ਉਸ ਨੇ ਰੋਕਿਆ ਸੀ। ਜੇ ਅਬਦਾਲੀ ਦੇ ਕੋਲੋਂ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਨੇ ਛਡਵਾਈਆਂ, ਜੋ ਲੈ ਕੇ ਜਾ ਰਿਹਾ ਸੀ ਨੱਥਾਂ ਪਾ ਕੇ, ਤਾਂ ਉਹ ਪੰਜਾਬ ਨੇ ਛਡਵਾਈਆਂ। ਜੇ 1977 ਦੀ ਜਿਹੜੀ ਐਮਰਜੈਂਸੀ ਦਾ ਦੌਰ ਹੈਗਾ ਸੀ, ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੰਘਰਸ਼ ਜੇ ਛੇੜਿਆ ਤਾਂ ਉਹ ਪੰਜਾਬ ਨੇ ਛੇੜਿਆ ਹੈਗਾ ਸੀ। ਮਤਲਬ ਅੱਤ ਤੋਂ ਬਾਅਦ ਜੇ ਅੰਤ ਹੋਣਾ ਤਾਂ ਪੰਜਾਬ ਵੱਲ ਨੂੰ ਮੂੰਹ ਕਰਦਾ ਹੈ ਬੈਰੀ। ਬਿਲਕੁਲ ਪੰਜਾਬ ਹੀ ਸ਼ੁਰੂ ਗੱਲ ਕਰਦਾ ਹੈ ਤੇ ਪੰਜਾਬ ਹੀ ਇਹ ਜਿਹੜਾ ਹੈਗਾ ਫੈਸਲਾ ਕੁਨ ਸਥਿਤੀ ਜਿਹੜੀ ਹੁੰਦੀ ਹੈ ਉਹਦੇ 'ਚ ਪੰਜਾਬ ਹੀ ਨਿਬੇੜਾ ਕਰੇਗਾ। ਸੋ ਇਸੇ ਤਰ੍ਹਾਂ ਜਦੋਂ ਅੰਗਰੇਜ਼ਾਂ ਦਾ ਦੌਰ ਹੈਗਾ ਸੀ ਤਾਂ ਉਹਨਾਂ ਸਮਿਆਂ ਦੇ ਵਿੱਚ ਵੀ ਜਿਹੜਾ ਆਜ਼ਾਦੀ ਦਾ ਸਭ ਤੋਂ ਪਹਿਲਾ ਬਿਗਲ ਹੈਗਾ ਸੀ ਉਹ ਸਾਡੇ ਬਾਬਿਆਂ ਇੱਥੋਂ ਜੋ ਆਇਆ। ਸਾਡੇ ਇੱਥੋਂ ਦੇ ਨੌਜਵਾਨ ਭਾਵੇਂ ਭਗਤ ਸਿੰਘ ਸੀ, ਸ਼ਹੀਦ ਕਰਤਾਰ ਸਿੰਘ ਸਰਾਭਾ ਸੀ, ਊਧਮ ਸਿੰਘ ਸੀ, ਜਾਂ ਹੋਰ ਇੱਦਾਂ ਦੇ ਨੌਜਵਾਨ ਹੈਗੇ ਸੀ, ਉਹਨਾਂ ਨੇ ਬਹੁਤ ਵੱਡੀ ਭੂਮਿਕਾ ਉਦੋਂ ਨਿਭਾਈ। ਤੇ ਮੈਂ ਸਮਝਦਾ ਕਿ ਅੱਜ ਉਹ ਜਿਹੜੇ ਸਾਡੇ ਸਾਰੇ ਨੌਜਵਾਨ ਸਨ, ਭਗਤ ਸਿੰਘ ਦੀਆਂ ਰੂਹਾਂ ਅੱਜ ਵੀ ਸਾਡੇ ਵਿੱਚ ਫਿਰਦੀਆਂ ਹੈਗੀਆਂ ਨੇ। ਅੱਜ ਸਾਡੇ ਨੌਜਵਾਨ ਦੇਖੋ ਕਿਵੇਂ ਸਾਰਾ ਕੁਝ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਤਿਆਗ ਕੇ ਤੇ ਉਹਨਾਂ ਨੇ ਬੌਕਰਾਂ ਫੜੀਆਂ ਹੋਈਆਂ। 24 ਘੰਟੇ ਉਹ ਕੰਮ ਕਰ ਰਹੇ ਨੇ, 24 ਘੰਟੇ ਲੋਕਾਂ ਨੂੰ ਲੰਗਰ ਛਕਾ ਰਹੇ ਨੇ ਔਰ ਹਰ ਚੀਜ਼ ਜਿਹੜੀ ਹੈਗੀ ਪ੍ਰੋਵਾਈਡ ਕਰ ਰਹੇ ਨੇ। ਜਗਾਉਣ ਵਾਲਾ ਯਾਨੀ ਕਿ ਪੰਜਾਬ ਹੈ, ਜਾਗ ਸਾਰਾ ਦੇਸ਼ ਹੈ। ਹਾਂ ਮੈਂ ਕਹਿ ਰਿਹਾ ਕਿ ਇਹ ਪੰਜਾਬ ਗੇਟਵੇ ਆਫ ਇੰਡੀਆ ਹੈਗਾ। ਜਿਹੜੀ ਮਹਾਨ ਤਬਦੀਲੀ ਹੋਣ ਜਾ ਰਹੀ ਹੈ ਹਿੰਦੁਸਤਾਨ ਦੇ ਵਿੱਚ, ਉਹ ਪੰਜਾਬ ਨੇ ਸ਼ੁਰੂ ਕੀਤੀ ਹੈ, ਪੰਜਾਬ ਨੇ ਉਸ ਨੂੰ ਇੱਕ ਰਾਹ ਦਿਖਾਇਆ ਹੈਗਾ। ਅਕਸਰ ਬਹੁਤ ਸਾਰੇ ਸਵਾਲ ਇਹ ਆ ਜਾਂਦੇ ਆ ਵੀ ਜਿਹੜੇ ਸਰਕਾਰਾਂ ਹੁੰਦੀਆਂ ਜੀ, ਸ਼੍ਰੋਮਣੀ ਕਵੀ ਦੇ ਅਵਾਰਡ ਦਿੱਤੇ ਜਾਂਦੇ ਨੇ, ਇਹਨਾਂ ਦੇ ਆਪਣੇ ਬੰਦੇ ਹੁੰਦੇ ਨੇ। ਜਿੱਥੇ ਸਾਨੂੰ ਇਸ ਅੰਦੋਲਨ ਨੂੰ ਵੇਖ ਕੇ ਕੁਝ ਸਮਝ ਆਉਂਦਾ ਹੈ ਤਾਂ ਉੱਥੇ ਤੁਹਾਡੀ ਕਵਿਤਾ ਨੂੰ ਵੇਖ ਕੇ ਵੀ ਸਮਝ ਆਉਂਦਾ ਵੀ ਤੁਹਾਨੂੰ ਸ਼੍ਰੋਮਣੀ ਕਵੀ ਦਾ ਅਵਾਰਡ ਮਿਲਿਆ ਕਿਉਂ। ਹਾਂ, ਮੈਂ ਜ਼ਿੰਦਗੀ ਦੇ ਵਿੱਚ ਜੀ ਸਿਰਫ ਕਵਿਤਾ ਲਿਖੀ ਹੈ ਤੇ ਉਹ ਕਵਿਤਾ ਦੇ ਨਾਲ ਮੈਂ ਆਪਣੇ ਆਮ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਸੰਬੋਧਨ ਹੋਇਆ। ਜੀ ਮੈਂ ਕਦੇ ਵੀ ਇਨਾਮ ਲੈਣ ਲਈ ਕਦੇ ਜੁਗਾੜ ਨਹੀਂ ਕੀਤੇ ਹੈਗੇ। ਮੈਂ ਆ ਦਿਲ ਤੇ ਹੱਥ ਰੱਖ ਕੇ ਕਹਿਣਾ ਕਿ ਆ ਜਿਹੜਾ ਮੈਨੂੰ ਇਨਾਮ ਮਿਲਿਆ ਹੈ, ਇਸ ਇਨਾਮ ਦੇ ਵਾਸਤੇ ਮੈਂ ਇੱਕ ਵੀ ਬੰਦੇ ਨੂੰ ਜੇ ਫੋਨ ਕੀਤਾ ਹੋਵੇ, ਆ ਮੈਂ ਮੇਰੇ ਹੱਥ ਦੇ ਵਿੱਚ ਮੇਰਾ ਰਿਜ਼ਕ ਹੈਗਾ, ਕਵਿਤਾ ਹੈਗੀ ਹੈ, ਠੀਕ ਹੈ,
ਮੈਂ ਦਿਲ ਤੇ ਹੱਥ ਰੱਖ ਕੇ ਕਹਿੰਦਾ ਕਿ ਮੈਂ ਕਿਸੇ ਇੱਕ ਬੰਦੇ ਨੂੰ ਵੀ ਫੋਨ ਕੀਤਾ ਹੋਵੇ। ਇਹ ਮੇਰੀ ਕਵਿਤਾ ਨੂੰ ਅਵਾਰਡ ਮਿਲਿਆ ਹੈਗਾ, ਇਹ ਮੇਰੀ ਬੋਲੀ ਨੂੰ ਅਵਾਰਡ ਮਿਲਿਆ ਹੈਗਾ, ਇਹ ਮੇਰੇ ਅਮਾਨ ਨੂੰ, ਮੇਰੀ ਜ਼ਮੀਰ ਦੀ ਆਵਾਜ਼ ਨੂੰ ਅਵਾਰਡ ਮਿਲਿਆ ਹੈਗਾ। ਬਹੁਤ ਵਧਾਈ ਦੇ ਪਾਤਰ ਹੋ ਜੀ ਤੁਸੀਂ ਬਰਲ ਸਾਹਿਬ। ਤੁਸੀਂ ਵੀ, ਤੁਹਾਡੇ ਅੰਦਰ ਵੀ ਇੱਕ ਕਵੀ ਹੈ ਜੀ। ਅਸੀਂ ਜ਼ਰੂਰ ਚਾਹਾਂਗੇ ਕਿ ਉਹ ਕਵੀ ਵੀ ਬਾਹਰ ਆਵੇ, ਕਿਉਂਕਿ ਜਿੱਥੇ ਤੁਸੀਂ ਜੇਲ੍ਹਾਂ ਦੇ ਵਿੱਚ ਜਾਂ ਪੁਲਿਸ ਮਹਿਕਮੇ ਦੇ ਵਿੱਚ ਰਹਿ ਕੇ ਮਸਟੰਡਿਆਂ ਦੇ ਉੱਤੇ ਪਟਾ ਫੇਰਦੇ ਰਹੇ ਹੋ, ਤਾਂ ਤੁਹਾਡੀ ਕਲਮ ਵੀ ਬਹੁਤ ਖੂਬ। ਤੁਸੀਂ ਸਿਰ ਪੜਵਾ ਦਿੰਦੇ ਸੀ, ਮੈਨੂੰ ਅੱਜ ਵੀ ਯਾਦ ਹੈ ਉਹ ਜਿਹੜੇ ਹੁੱਲੜਬਾਜ਼ ਹੁੰਦੇ ਸੀ। ਕਵਿਤਾ ਜਿਹੜੀ ਹੈ ਨਾ ਥਲੀ ਸਾਹਿਬ ਜੀ, ਜਿਹੜੀ ਬਲਵਿੰਦਰ ਹੁਣਾਂ ਨੇ ਕਵਿਤਾ ਬੋਲੀ ਹੈ ਨਾ ਜੀ, ਹੁਣ ਤੁਸੀਂ ਮੈਨੂੰ ਕਵਿਤਾ ਬੋਲਣ ਨੂੰ ਨਾ ਕਹੋ, ਕਿਉਂਕਿ ਇਹ ਕਵਿਤਾ ਸੰਘਰਸ਼ ਦੀ ਇੰਨੀ ਵਧੀਆ ਗਾਥਾ ਆ ਜੀ, ਕਿ ਇਹ ਕਵਿਤਾ ਜਦੋਂ ਤੁਹਾਡੇ ਰਾਹੀਂ ਲੋਕ ਮਨਾਂ 'ਚ ਜਾਏਗੀ ਜੀ, ਤੇ ਉਹਨਾਂ ਦੇ ਅੰਦਰ ਤੱਕ ਘਰ ਕਰੇਗੀ, ਅੰਦਰ ਤੱਕ ਜੋਸ਼ ਜਿਹੜਾ ਪਹਿਲਾਂ ਹੀ ਭਰਿਆ ਹੋਇਆ ਨਾ ਉਹਨੂੰ ਹੋਰ ਅੱਗੇ ਤੱਕ ਲੈ ਜਾਏਗੀ। ਜੀ, ਇਸ ਕਰਕੇ ਕਵਿਤਾ ਵੱਲੋਂ ਤੁਸੀਂ ਮੈਨੂੰ ਮਾਫੀ ਦਿਓ, ਕਿਉਂਕਿ ਮੈਂ ਏਡੀ ਵੱਡੀ ਕਵਿਤਾ ਸੁਣਨ ਤੋਂ ਬਾਅਦ, ਐਡੀ ਵੱਡੀ ਕਵਿਤਾ ਲੋਕਾਂ 'ਚ ਜਾਣ ਤੋਂ ਬਾਅਦ ਮੈਂ ਕਵਿਤਾ ਨਹੀਂ। ਆਨਲਾਈਨ ਮੇਰੀ ਛਪੀ ਹੈ ਪੰਜਾਬੀ ਟ੍ਰਿਬਿਊਨ ਦੇ ਵਿੱਚ, ਸ਼ੰਭੂ ਸਿੰਘੂ ਤੋਂ ਇਹ ਖਤ ਜਾਂਦਾ ਹੈਗਾ, ਪੁੱਤ ਦਾ ਖਤ ਆਪਣੀ ਮਾਂ ਨੂੰ ਜਾਂਦਾ ਹੈਗਾ। ਉਹਦੇ ਵਿੱਚ ਮੈਂ ਬਹੁਤ ਕੁਝ ਬਿਆਨ ਕੀਤਾ ਹੈਗਾ, ਉਹ ਤੁਸੀਂ ਜ਼ਰੂਰ ਪੜ੍ਹਿਓ। ਚੰਦ ਲਾਈਨਾਂ ਜੇ ਹੋ ਜੇ, ਮੈਨੂੰ ਉਹ ਕੱਢਣੀ ਪੈਣੀ ਹੈ। ਤੁਸੀਂ ਜਾਨੂੰ ਕੱਢ ਲਓ, ਮੈਂ ਗੱਲਬਾਤ ਕਰ ਲੈਂਦਾ ਜੀ। ਤੇ ਆਪਾਂ ਕਵਿਤਾ ਦੀ ਗੱਲ ਕਰੀਏ, ਕਲਮਾਂ ਦੀ ਗੱਲ ਹੋ ਰਹੀ ਹੈ ਭਾਜੀ। ਬਹੁਤ ਸਾਰੀਆਂ ਪੰਜਾਬ ਦੀਆਂ ਇਹਨਾਂ ਗੱਲਾਂ ਤੋਂ ਆਪਾਂ ਪੋਜ਼ਿਟਿਵ ਗੱਲਾਂ ਕਰਨੀਆਂ ਜੀ, ਇੱਥੋਂ ਇਹੀ ਕਹੀ ਜਾਂਦੇ, ਪਰ ਸੱਚਾਈ ਤੋਂ ਮੁਨਕਰ ਨਹੀਂ ਹੋ ਜਾ ਸਕਦਾ। ਸਾਡੀਆਂ ਬਹੁਤ ਕਲਮਾਂ ਨੇ ਉਜਾੜਾ ਕੀਤਾ ਸੀ ਪੰਜਾਬ ਦੇ ਵਿੱਚ, ਕਿ ਹੁਣ ਉਹ ਕਲਮਾਂ ਵੀ ਵਾਪਸ ਪਰਤਣਗੀਆਂ, ਕਿ ਉਹ ਕਲਮਾਂ ਦੇ ਵਿੱਚ ਵੀ ਤਬਦੀਲੀ ਆਊਗੀ ਜੀ। ਮੈਨੂੰ ਲੱਗਦਾ ਵੀ ਆਪਾਂ ਨੂੰ ਕਾਫੀ ਕੁਝ ਸੁਣਨ ਨੂੰ ਮਿਲ ਗਿਆ ਇੱਥੇ। ਕਲਮਾਂ ਮੁੜ ਪਈਆਂ ਇੱਧਰ ਨੂੰ ਜੀ, ਅਖਬਾਰਾਂ ਪੜ੍ਹੋ ਹੁਣ ਦੀਆਂ, ਕਲਮਾਂ ਬਹੁਤ ਕੁਝ ਇੱਧਰ ਨੂੰ ਮੂੰਹ ਕਰ ਲਿਆ ਕਲਮਾਂ ਨੇ। ਕਲਮਾਂ ਨੂੰ ਸ਼ਰਮਿੰਦਗੀ ਆਏਗੀ ਜੇ ਕਲਮਾਂ ਉੱਧਰ ਨੂੰ ਜਾਣਗੀਆਂ ਤੇ। ਸ਼ਰਮਿੰਦਾ ਲੋਕ ਜਿਹੜੇ ਆ ਉਹ ਭਾਵੇਂ ਉੱਧਰ ਨੂੰ ਤੁਰੇ ਰਹਿਣ, ਸ਼ਰਮਿੰਦਾ ਤਾਂ ਹੁਣ ਵੀ ਤੁਰੇ ਹੋਏ ਆ ਜੀ। ਉਹ ਤੁਰੇ ਰਹਿਣ, ਬਸ ਤੁਰੇ ਰਹਿਣ। ਮੈਂ ਤਾਂ ਹੀ ਸ਼ਬਦ ਵਰਤਿਆ ਨਾ, ਤੁਰੇ ਰਹਿਣ। ਜੇ ਤੁਰੇ ਹੋਏ ਤੇ ਮੈਂ ਤਾਂ ਹੀ ਤੁਰੇ ਰਹਿਣ ਵਰਤਿਆ ਨਾ। ਜੀ, ਜੀ, ਜੀ। ਤੇ ਨਹੀਂ ਤੇ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਆ, ਜੇ ਕਿਤੇ ਭੁੱਲ ਵੀ ਕਰ ਬੈਠੇ ਆ ਤੇ ਉਹਨੂੰ ਮੰਨ ਕੇ ਸਿੱਧੇ ਰਾਹ ਪੈ ਜਾਣਗੇ। ਹਾਂਜੀ, ਹਾਂਜੀ ਸਰ। ਉਹ ਮੈਂ ਇੱਕ ਹਰ ਹਫਤੇ ਇੱਕ ਕਵਿਤਾ ਦੇ ਨਾਲ ਆਪਣੇ ਸਾਹਿਤਕ ਭਾਈਚਾਰੇ ਨੂੰ ਮੁਖਾਤਬ ਹੁੰਨਾ। ਤਾਂ ਇਸ ਐਤਵਾਰ ਨੂੰ ਮੈਂ ਇੱਕ ਕਵਿਤਾ ਲਿਖੀ ਸੀ ਜਿਹਦਾ ਨਾਂ ਰੱਖਿਆ ਸਿੰਘੂ ਤੋਂ। ਜੀ। ਸ਼ੰਭੂ ਬੈਠੀ ਮਾਂ ਪੰਜਾਬ ਕੌਰ ਨੂੰ, ਸਿੰਘੂ ਡਟੇ ਪੁੱਤ ਮਹਿਤਾਬ ਸਿੰਘ ਦਾ ਇੱਕ ਖਤ ਆਇਆ। ਲਿਖਿਆ ਸੂ, ਸਿਰ ਫਿਰ ਗਿਆ ਤੇ ਦਿਲ ਹਿੱਲਿਆ ਪਿਆ ਦਿੱਲੀ ਦਾ, ਦਹਲੀਜ਼ਾਂ ਦਹਿਲੀਆਂ ਤੇ ਨੀਹਾਂ ਕੰਬਦੀਆਂ ਮੈਂ ਆਪ ਦੇਖੀਆਂ। ਲਹੂ ਰੱਤੇ ਤਖਤ ਨੂੰ ਜਾਂਦੇ ਸਾਰੇ ਰਾਹ ਹਰੇ ਘਾਹ ਹੋਏ ਪਏ, ਲਹੂ ਰੱਤੇ ਤਖਤ ਨੂੰ ਜਾਂਦੇ ਰਾਹ ਸਾਰੇ ਹਰੇ ਘਾਹ ਹੋਏ ਪਏ। ਖੇਤਾਂ ਦੇ ਪੁੱਤ ਪਾਣੀਪਤ ਦਾ ਕਾਲਾ ਅੰਬ ਉਲੰਘ ਨਾ ਸਰਨਾਵੇਂ ਥਾਂ ਪਹੁੰਚ ਗਏ। ਡੰਡੀ ਡੰਡੀ ਤੇ ਹਰੀ ਝੰਡੀ ਝੁੱਲ ਰਹੀ ਤੇ ਜਮਨਾ ਪੁੱਠੇ ਵਹਿਣ ਵਗ ਤੁਰੀ। ਮਾਝਾ ਮਾਲਵਾ ਦਵਾਬਾ ਤੇ ਪਵਾਦ, ਬਿਰਧ ਗੱਭਰੂ ਤੇ ਜਵਾਕ ਸਭ ਮੜਾਸੇ ਕਰੀ ਬੈਠੇ। ਹਰਿਆਣੇ ਦੇ ਸਿਆਣੇ ਨਿਆਣੇ ਕੀ ਅਗਦ ਮਗਦ ਦੇ ਭਗਤ ਵੀ ਟਿਕਰੀ ਕੁੰਡਲੀ ਧੂਣੀਆਂ ਧੁਖਾਈ ਬੈਠੇ। ਚੁੰਨੀਆਂ ਚਾਦਰਾਂ ਧੋਤੀਆਂ ਤੇ ਲੁੰਗੀਆਂ ਸਭ ਕਮਰ ਕੱਸਿਆਂ ਵਿੱਚ ਵਟ ਗਈਆਂ। ਚਿਰਾਂ ਦੇ ਸ਼ਰੀਕ ਪਲਾਂ 'ਚ ਕਰੀਬ ਹੋ, ਜੱਫੀਆਂ ਖੁੱਲ੍ਹ ਨਹੀਂ ਰਹੀਆਂ ਤੇ ਵਿਗੜੀਆਂ ਸਕੀਰੀਆਂ ਇੱਕ ਦੂਏ ਨੂੰ ਸ਼ੀਰਨੀਆਂ ਵੰਡਣ ਪਈਆਂ। ਦੇਗਾਂ ਚੜ੍ਹ ਰਹੀਆਂ, ਲੋਹਾਂ ਤਪ ਰਹੀਆਂ, ਆਂਦਰਾਂ ਛਕ ਰਹੀਆਂ। ਖਾਣ ਨਾ ਪੀਣ ਦੀ ਕੋਈ ਤੋਟ ਆ, ਚਾਰੇ ਪਾਸੇ ਸੱਚੇ ਸਤਿਗੁਰਾਂ ਦੀ ਓਟ ਆ। ਇੱਕ ਹੱਦ ਹੋਰ ਟੱਪ ਗਈ, ਇੱਕ ਹੱਦ ਹੋਰ ਟੱਪ ਗਈ। ਜੱਟਾਂ ਦੇ ਜੱਟ ਜੱਟ ਦੇ ਰੱਟ ਵੀ ਠੱਪ ਹੋ ਗਈ। ਜਿਹੜੇ ਅਸੀਂ ਜੱਟ ਜੱਟ ਸਾਡੇ ਗਾਇਕਾਂ ਨਾਲ ਲਾਏ ਹੋਇਆ ਸੀ ਨਾ, ਅਸੀਂ ਸਾਰੇ ਮਿਲ ਗਏ, ਸਭ ਇਕੱਠੇ ਹੈਗੇ ਆ। ਇੱਕ ਹੱਦ ਹੋਰ ਟੱਪ ਗਈ, ਜੱਟਾਂ ਦੇ ਜੱਟ ਜੱਟ ਦੇ ਰੱਟ ਵੀ ਠੱਪ ਹੋ ਗਈ। ਜਾਤ ਪਾਤ ਰੰਗ ਨਸਲ ਹਰ ਫਸਲ ਇੱਥੇ ਇੱਕ ਭਾਅ ਵਿਕੇ ਪਈ। ਊਚ ਨੀਚ ਭੇਦ ਭਾਵ ਸਭ ਮਿਟੇ ਪਏ। ਨਾਨਕ ਵੇਲਿਆਂ ਦਾ ਗੀਤ ਤੇ ਪਤਾਲੋਂ ਆਇਆ ਸੰਗੀਤ ਇੱਕੋ ਵਾਜੇ 'ਚ ਵੱਜ ਰਹੇ। ਵਾਹ ਵਾਹ ਵਾਹ, ਬਹੁਤ ਵਧੀਆ। ਦਿੱਲੀ ਦੀਆਂ ਜੂਹਾਂ 'ਚੋਂ ਕੁਝ ਰੂਹਾਂ ਬੋਲ ਰਹੀਆਂ, ਦਿੱਲੀ ਦੀਆਂ ਜੂਹਾਂ 'ਚੋਂ ਕੁਝ ਰੂਹਾਂ ਬੋਲਦੀਆਂ ਸੁਣ ਰਹੀਆਂ। ਸਿੰਘੂ ਬੈਠੇ ਇਹ ਸਿੰਘ ਉਹਨਾਂ ਦੀ ਹੀ ਵੰਸ਼ ਨੇ ਜਿਨ੍ਹਾਂ ਇਸ ਮਹੀਨੇ ਕੱਚੀ ਗੜੀ 'ਚੋਂ ਕਦੇ ਲੱਖਾਂ ਦੀ ਵਾਹਰ ਨੂੰ ਵੰਗਾਰਿਆ ਸੀ ਤੇ ਅੱਜ ਫਿਰ ਉਸੇ ਮਹੀਨੇ ਰੜੇ ਮੈਦਾਨੋਂ ਹੰਕਾਰ ਨੂੰ ਵੰਗਾਰ ਰਹੇ ਨੇ। ਵਾਹ ਵਾਹ ਵਾਹ। ਮਾਂ ਤਤੀ ਤਵੀ ਤੇ ਬੈਠੇ ਸਿੱਦਕ ਦਾ ਮੈਂ ਕਿੱਸਾ ਪੜ੍ਹਿਆ ਸੀ। ਜੀ। ਮਾਂ
ਤੱਤੀ ਤਵੀ ਤੇ ਬੈਠੇ ਸਿਦਕ ਦਾ ਕਿੱਸਾ ਮੈਂ ਪੜ੍ਹਿਆ ਹੈ। ਚਾਂਦਨੀ ਚੌਂਕ 'ਚ ਵਰਤੇ ਸਿਰੜ ਦਾ ਸਾਕਾ ਵੀ ਸੁਣਿਆ ਹੈ, ਪਰ ਜ਼ਬਰ ਮੂਰੇ ਸਬਰ ਖੜਾ ਅੱਜ ਅੱਖੀਂ ਵੇਖ ਰਿਹਾ। ਬਹੁਤ ਮਾਰਕੰਡਾ ਪਾਰ ਕਰਦਿਆਂ ਕੁਝ ਵਿਛੜ ਗਿਆ ਹੈ। ਮਾਰਕੰਡਾ ਪਾਰ ਕਰਦਿਆਂ ਕੁਝ ਵਿਛੜ ਗਿਆ ਦੇ ਵਿਛੋੜੇ ਤਾਂ ਸਹਿਣੇ ਪਏ, ਪਰ ਇਹ ਵੀ ਜਾਣਦਾ ਕਿ ਯੁੱਧ 'ਚ ਗਏ ਸਾਰੇ ਦੇ ਸਾਰੇ ਕਦੇ ਘਰੀ ਸਹੀ ਸਲਾਮਤ ਨਹੀਂ ਮੁੜੇ। ਹਾਂ, ਮਾਂ ਚੰਨ ਰਾਤ ਭਰ ਇੱਥੇ ਫੋਟੋਆਂ ਖਿੱਚਦਾ ਹੈ। ਤੁਸੀਂ ਚੰਨ ਹੋ ਸਾਰੇ। ਮਾਂ ਚੰਨ ਰਾਤ ਭਰ ਇੱਥੇ ਫੋਟੋਆਂ ਖਿੱਚਦਾ ਹੈ। ਸੂਰਜ ਸਾਰਾ ਦਿਨ ਚੁੱਲ੍ਹਿਆਂ 'ਚ ਅੱਗ ਡਾਉਂਦਾ ਹੈ। ਮੈਂ ਆਥਣੇ ਜਦ ਰੋਟੀ ਖਾ ਤਾਰਿਆਂ ਦੇ ਮਖਾਣੇ ਚੱਬਦਾ। ਮੈਂ ਆਥਣੇ ਜਦ ਰੋਟੀ ਖਾ ਤਾਰਿਆਂ ਦੇ ਮਖਾਣੇ ਚੱਬਦਾ, ਪਤਾ ਨਹੀਂ ਲੱਗਦਾ ਕਦੋਂ ਸੌਂ ਜਾਨਾ। ਲੋਕੀ ਕਹਿੰਦੇ ਘਰਾਂ 'ਚ ਨੀਂਦ ਨਹੀਂ ਆਉਂਦੀ, ਇੱਥੇ ਸਾਨੂੰ ਨਹੀਂ ਪਤਾ ਲੱਗਦਾ ਪਰ ਨੀਂਦ ਕਦੋਂ ਆ ਜਾਂਦੀ। ਮੈਂ ਆਥਣੇ ਜਦ ਰੋਟੀ ਖਾ ਤਾਰਿਆਂ ਦੇ ਮਖਾਣੇ ਚੱਬਦਾ, ਪਤਾ ਨਹੀਂ ਲੱਗਦਾ ਕਦੋਂ ਸੌਂ ਜਾਨਾ। ਦਿਨ ਮਹਾਂ ਕੀ ਤਮਾਈ ਸ਼ਮਾਈ ਵੀ ਕੀ, ਦਿਨ ਮਹਾਂ ਕੀ ਤਮਾਈ ਸ਼ਮਾਈ ਵੀ ਕੀ, ਉਦੋਂ ਹੀ ਮੁੜਾਂਗੇ ਜਦ ਨਖੱਤਿਆਂ ਨੇ ਸਾਡੇ ਖੱਤਿਆਂ ਦੀ ਮਿੱਟੀ ਸਾਵੀਂ ਦੀ ਸਾਵੀਂ ਸਾਨੂੰ ਮੋੜ ਦਿੱਤੀ। ਤੇ ਮਾਂ ਤੂੰ ਫਿਕਰ ਨਾ ਕਰੀ, ਬਾਪੂ ਬਘੇਲ ਸਿੰਘ ਸਾਡੇ ਨਾਲ ਹੈ। ਵਾਹ ਵਾਹ ਵਾਹ, ਬਹੁਤ ਖੂਬ ਜੀ, ਕਮਾਲ ਹੈ। ਇਹ ਨੇ ਕਲਮਾਂ ਤੇ ਜਿਹੜੇ ਅਜੇ ਵੀ ਸੋਚਦੇ ਨੇ ਵੀ ਇਸ ਸੰਘਰਸ਼ ਦੇ ਵਿੱਚੋਂ ਜਿੰਨਾ ਚਿਰ ਇਹ ਸੰਘਰਸ਼ ਚੱਲੂਗਾ ਕਲਮਾਂ 'ਚ ਤਬਦੀਲੀ ਕਰ ਲਈਏ, ਪਰ ਮੈਂ ਕਹਿੰਦਾ ਵੀ ਸਾਰੀ ਉਮਰ ਸਾਨੂੰ ਹੁਣ ਅਗਾਂਹ ਦੇ ਲਈ ਬਹੁਤ ਮੁਸ਼ਕਲ ਦੇ ਨਾਲ ਅਸੀਂ ਰਾਹ ਦੇ ਉੱਤੇ ਤੁਰੇ ਹਾਂ, ਇਕੱਠੇ ਹੋਏ ਹਾਂ, ਇੱਕੇ ਦੇ ਵਿੱਚ ਆਏ ਹਾਂ, ਤਾਂ ਜ਼ਿੰਦਗੀ ਭਰ ਲਈ ਸਾਡੀਆਂ ਕਲਮਾਂ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ। ਭਾਜੀ ਸਾਡੇ ਬੱਚੇ ਨਿਰਾਸ਼ ਹੋ ਕੇ ਇੱਥੋਂ ਵਿਦੇਸ਼ ਨੂੰ ਤੁਰ ਗਏ, ਬੇਰੁਜ਼ਗਾਰੀ ਦੀ ਕੋਈ ਕਹਿੰਦਾ ਸਮੱਸਿਆ ਜੀ, ਇੱਥੇ ਕੋਈ ਸਿਸਟਮ ਨਹੀਂ, ਪਰ ਹੁਣ ਕੀ ਉਹ ਵਾਪਸ ਪਰਤਣਗੇ? ਕਿਉਂਕਿ ਇਹ ਕਾਰਨ ਜਿਸ ਕਾਰਨ ਕਰਕੇ ਬੱਚੇ ਵਿਦੇਸ਼ ਨੂੰ ਗਏ ਜੀ, ਤਾਂ ਉਹ ਕਾਰਨ ਤੇ ਬਹੁਤ ਛੋਟਾ ਲੱਗ ਰਿਹਾ ਜੀ। ਹੁਣ ਇਹ ਅਸੀਂ ਮੱਥਾ ਲਾਇਆ ਜਿਹੜਾ ਇਹ ਬਹੁਤ ਵੱਡਾ ਕਾਰਨ ਸੀ ਕਿ ਆਉਣਗੇ ਬੱਚੇ। ਥਲੀ ਸਾਹਿਬ, ਬੱਚੇ ਪਰਤਣਗੇ, ਪਰਤ ਰਹੇ ਨੇ, ਪਰ ਜਿਸ ਰੂਪ 'ਚ ਤੁਸੀਂ ਕਹਿ ਰਹੇ ਹੋ ਜੀ, ਜੇ ਅਸੀਂ ਇਹ ਆਸ ਲਾਈਏ ਵੀ ਸਮੁੱਚੇ ਰੂਪ 'ਚ ਸਰੀਰਾਂ ਦੇ ਰੂਪ 'ਚ ਬੱਚੇ ਸਾਰੇ ਪਰਤਣ, ਤੇ ਉਹ ਨਹੀਂ ਪਰਤਣਗੇ। ਉਹ ਕਾਰਨ ਜੀ ਉਹਦਾ, ਉਹ ਕਾਰਨ ਉਹਦਾ ਇਹ ਆ ਕਿ ਹੁਣ ਅਸੀਂ ਇਸ ਪੰਜਾਬ ਨੂੰ, ਇੰਨੀ ਧਰਤੀ ਨੂੰ ਸਿਰਫ ਇਹ ਪੰਜਾਬ ਨਾ ਸਮਝੀਏ। ਪੰਜਾਬ ਸਾਡਾ ਬਹੁਤ ਗਲੋਬਲ ਤੇ ਵਿਸ਼ਾਲ ਹੋ ਗਿਆ, ਦੁਨੀਆ ਤੇ ਖਿਲਰ ਚੁੱਕਾ ਜੀ। ਇਹ ਜਿਹੜਾ ਅੱਜ ਦਾ ਸੰਘਰਸ਼ ਲੜਿਆ ਜਾ ਰਿਹਾ ਹੈ, ਇਹਦੇ 'ਚ ਜੇ ਤੁਸੀਂ ਇੰਜ ਸੋਚ ਲਈਏ ਵੀ ਉਹ ਜਿਨ੍ਹਾਂ ਦੀ ਆਪਾਂ ਸਾਰਿਆਂ ਦੀ ਮੁੜਨ ਦੀ ਗੱਲ ਕਰਦੇ ਹਾਂ, ਇਹ ਉਹ ਜੇ ਸਾਰੇ ਹੀ 6 ਮਹੀਨੇ ਪਹਿਲਾਂ ਜਾਂ 2 ਸਾਲ 4 ਸਾਲ ਪਹਿਲਾਂ ਇੱਥੇ ਮੁੜ ਗਏ ਹੁੰਦੇ ਤੇ ਅਸੀਂ ਇੰਨਾ ਸੰਘਰਸ਼ ਏਡਾ ਤਕੜਾ ਹੋ ਕੇ ਨਾ ਲੜ ਸਕਦੇ। ਉਹ ਸੱਜਣ ਕੱਲ ਟਿਗਰੀ ਬਾਰਡਰ ਦੇ ਇੱਥੇ ਜਿਹੜੇ ਲੰਗਰ ਲਾਈ ਬੈਠੇ ਸੱਜਣ ਜੀ, ਯੂਕੇ ਮਿਡਲੈਂਡ ਤੋਂ, ਉਹਦਾ ਦਾਦਾ ਗਿਆ ਸੀ 1950 ਦੇ ਵਿੱਚ, ਉਹ ਜੰਮਿਆ ਇੰਗਲੈਂਡ ਦਾ, ਤੇ ਉਹ ਇੱਥੇ ਬੈਠਾ ਲੰਗਰ ਲਾਈ ਬੈਠਾ। ਤੁਸੀਂ ਅੰਦਾਜ਼ਾ ਕਰੋ ਵੀ ਉਹ ਪੰਜਾਬ ਵੱਸਦਾ ਕਿ ਇੰਗਲੈਂਡ ਵੱਸਦਾ ਹੈ। ਦਿਲ ਉਹਨਾਂ ਦਾ ਇੱਥੇ ਨਹੀਂ ਜੀ। ਤੁਸੀਂ ਮਤਲਬ ਸਰੀਰਾਂ ਦੇ ਰੂਪ 'ਚ ਪਰਤਣ ਦੀ ਗੱਲ ਨਾ ਕਰੀਏ, ਜੇ ਸਰੀਰ ਸਾਡੇ ਵਿਦੇਸ਼ ਗਏ ਵੀ ਆ ਤਾਂ ਪੂਰੇ ਗਲੋਬਲ ਗੱਲ ਹੋ ਰਹੀ ਹੈ। ਉਹ ਜੰਮਿਆ, ਉਹਦਾ ਦਾਦਾ ਗਿਆ ਸੀ, ਉਹਦਾ ਬਾਪ ਵੀ ਉੱਥੇ ਜੰਮਿਆ, ਉਹ ਵੀ ਉੱਥੇ ਜੰਮਿਆ, ਪਰ ਉਹ ਇੱਥੇ ਬੈਠਾ। ਇਹਦਾ ਮਤਲਬ ਉਹ ਤਾਂ ਇੱਥੇ ਨੇ। ਤੇ ਇਹ ਵੱਡਾ ਸੰਘਰਸ਼ ਜਿਹੜਾ ਰੋਜ਼, ਜਿਹਨੂੰ ਹੁਣ ਮੋਦੀ ਕਹਿੰਦਾ ਫੰਡ ਕਿੱਥੋਂ ਆ ਰਿਹਾ, ਤੇ ਜੇ ਸਾਡੇ ਉਹ ਲੋਕ ਜਾਂ ਉਹ ਸੱਜਣ ਜਾਂ ਉਹ ਬੱਚੇ ਇਹ ਸਾਨੂੰ ਠੁੰਮਣਾ ਨਾ ਦੇਣ ਤੇ ਅਸੀਂ ਐਡਾ ਵੱਡਾ ਸੰਘਰਸ਼ ਨਹੀਂ ਲੜ ਸਕਦੇ। ਇਹ ਸਾਨੂੰ ਕਬੂਲਣਾ ਚਾਹੀਦਾ। ਉਹ ਕਹਿੰਦਾ ਨਕਸਲੀ ਜਾਂ ਫਿਰ ਅੱਤਵਾਦੀ ਜਾਂ ਫਿਰ ਖਾਲਿਸਤਾਨੀ ਭੇਜ ਰਹੇ ਆ ਫੰਡ ਇੱਥੇ ਜੀ। ਨਹੀਂ ਅਸੀਂ ਦੇਖੋ, ਇਹ ਤਾਂ ਉਹ ਮਤਲਬ ਹੁਣ ਮੈਂ ਇੱਕ ਮੂਰਖਾਨਾ ਵਾਕ ਨੂੰ ਨਿਖਿੱਧ ਵਾਕ ਕਹਿ ਸਕਦਾ, ਕਿਉਂਕਿ ਇਹ ਬੇਵਕੂਫਾਨਾ ਗੱਲਾਂ ਹੁੰਦੀਆਂ ਨੇ ਇਹੋ ਜਿਹੇ ਅੰਦੋਲਨਾਂ ਨੂੰ ਇੱਧਰ ਉੱਧਰ ਉਹਨਾਂ ਦਾ ਮੂੰਹ ਕਰਨ ਨੂੰ। ਪਰ ਇਹ ਲੋਕ, ਇਹ ਆਗੂ ਤੇ ਇਹ ਸਾਰੀ ਜਨਤਾ ਇਹਨਾਂ ਬੇਹੂਦਾ ਵਾਕਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੀ ਆ। ਲੋਕ ਜਾਗ ਚੁੱਕੇ ਨੇ, ਸਾਰਾ ਦੇਸ਼ ਜਾਗ ਚੁੱਕਿਆ। ਇਹਦੀ ਇਕੱਲੇ ਕਿਸਾਨਾਂ ਦੀ ਗੱਲ ਨਹੀਂ, ਕਿਸੇ ਮਜ਼ਦੂਰਾਂ ਦੀ ਗੱਲ ਨਹੀਂ। ਇੱਥੇ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੂੰ ਇਹ ਪਤਾ ਵੀ ਅੱਜ ਸਾਨੂੰ ਆਟਾ ਜਿਹੜਾ 35-40 ਰੁਪਏ ਕਿਲੋ ਮਿਲਣ ਡਿਆ, ਤੇ ਕੱਲ੍ਹ ਨੂੰ ਜੇ ਇਹ ਵੱਡੇ ਲਟੇਰਿਆਂ ਦੇ ਕਬਜ਼ੇ 'ਚ ਆ ਗਏ ਤੇ ਉਹ ਆਟਾ 35-40 ਨਹੀਂ, ਸਾਨੂੰ 200 ਰੁਪਏ ਕਿਲੋ ਮਿਲਣਾ। ਇਹ ਲੋਕਾਂ ਨੂੰ ਵੀ ਸਮਝ ਆਉਣ ਲੱਗ ਪਈ ਇਸ ਗੱਲ ਦੀ। ਇਸ ਕਰਕੇ ਇਸ ਅੰਦੋਲਨ ਨੂੰ ਤਾਂ ਅਸੀਂ ਲੋਕ ਅੰਦੋਲਨ ਕਹੀਏ ਹੁਣ ਬਸ।
ਤੇ ਭਾਜੀ ਤੁਸੀਂ ਇੰਸਪੈਕਟਰ ਰਹੇ ਹੋ, ਕਿਉਂਕਿ ਗੱਲ ਇਹ ਵੀ ਆਉਂਦੀ ਹੈ ਵੀ ਪੰਜਾਬ ਪੁਲਿਸ ਹਮੇਸ਼ਾ ਹੀ ਰਾਜਨੀਤਿਕ ਦਬਾਅ ਹੇਠ ਵੀ ਰਹੀ ਹੈ, ਤੇ ਜਦੋਂ ਰਾਜਨੀਤਿਕ ਦਬਾਅ ਪੈਂਦਾ ਕਿੰਨੇ ਕੁ ਲੰਮੇ ਸਮੇਂ ਤੱਕ ਫੈਸਲੇ ਨੂੰ ਲਟਕਾਇਆ ਜਾ ਸਕਦਾ? ਹੁਣ ਦਬਾਅ ਉੱਧਰ ਵੀ ਹੈ ਜੀ, ਤਾਂ ਮੋਦੀ ਕਿੰਨੇ ਕੁ ਸਮੇਂ ਤੱਕ ਲਟਕਾ ਸਕਦਾ? ਐਕਚੁਅਲੀ ਕੀ ਆ, ਰਾਜਨੀਤਿਕ ਦਬਾਅ ਜਿਹੜਾ ਪੁਲਿਸ ਦੀ ਦਬਾਅ ਦੀ ਗੱਲ, ਤਾਂ ਉਹ ਤਾਂ ਪੁਲਿਸ ਤਾਂ ਸਦਾ ਹੀ ਦਬਾਅ 'ਚ ਹੁੰਦੀ ਹੈ। ਜੇ ਤੁਸੀਂ ਇੱਥੇ ਇਹਨੂੰ ਆਪਾਂ ਕੰਪੇਅਰ ਨਾ ਕਰੀਏ ਇਹਦੇ ਨਾਲ, ਅੱਛਾ ਜੀ, ਕਿਉਂਕਿ ਉਹ ਦਬਾਅ ਤਾਂ ਮਾਲਕ ਦਾ ਨੌਕਰ ਦੇ ਉੱਤੇ ਦਬਾਅ ਆ। ਮੋਦੀ ਹੈਂਡ ਪਾਰਟੀ ਤੇ ਨੌਕਰ ਨੇ, ਮਾਲਕ ਦਾ ਨੌਕਰ ਤੇ ਦਬਾਅ ਆ। ਉਹੀ ਹੈ ਨਾ, ਮਤਲਬ ਕਿ ਹਕੂਮਤ ਦਾ ਪੁਲਿਸ ਤੇ ਦਬਾਅ ਤਾਂ ਇੱਕ ਹੋਰ ਗੱਲ ਹੁੰਦੀ ਆ। ਉਹ ਜਿਵੇਂ ਖੱਟੜ ਹੈਂਡ ਪਾਰਟੀ ਆ, ਪਰ ਉਹ ਜਦੋਂ ਪੁਲਿਸ ਦੇ ਵਿੱਚ ਵੀ ਤਾਂ ਕਿਸਾਨ ਦਾ ਪੁੱਤ ਹੈ, ਸਰਹੱਦ ਤੇ ਵੀ ਤਾਂ ਕਿਸਾਨ ਦਾ ਪੁੱਤ ਹੈ। ਕੀ ਆਪਾਂ ਦੇਖਿਆ ਨਹੀਂ ਹਰਿਆਣੇ ਵਾਲਿਆਂ ਨੇ ਕਿੰਨਾ ਕੁ ਆਪਾਂ ਨੂੰ ਅੱਗੋਂ ਕਿੰਨਾ ਕੁ ਕੀਤਾ ਵਾ। ਉਹ ਘਰੋਂ ਤਾਂ ਸ਼ਾਮ ਨੂੰ ਇਕੱਠੇ ਹੁੰਦੇ ਆ, ਇੱਕ ਇੱਥੇ ਬੈਠਾ ਹੁੰਦਾ, ਇੱਕ ਬਾਵਣੋਂ ਤੋਂ ਸ਼ਾਮ ਨੂੰ ਘਰੇ ਇਕੱਠੇ ਹੁੰਦੇ ਆ ਵੀ ਕੀ ਬਣੂ ਖੇਤਾਂ ਦਾ। ਇਸ ਕਰਕੇ ਜੋ ਮਰਜ਼ੀ ਕਰ ਲੈਣ। ਕਿੰਨਾ ਕੁ ਸਮਾਂ ਲੱਗ ਸਕਦਾ ਜੀ ਤੁਹਾਡੇ ਹਿਸਾਬ ਨਾਲ, ਜੋ ਹੁਣ ਪੋਜੀਸ਼ਨ ਤੇ ਆ? ਦੇਖੋ, ਇਹ ਭਵਿੱਖਬਾਣੀ ਕਰਨੀ ਜਿਹੜੀ ਆ ਨਾ, ਇਹ ਔਖੀ ਆ। ਤੇ ਸਾਨੂੰ ਤਾਂ ਇਹ ਸੋਚ ਕੇ, ਜਿਵੇਂ ਆਪਾਂ ਵਾਰ-ਵਾਰ ਕਹਿੰਦੇ ਆ ਵੀ ਸਾਨੂੰ ਤੇ ਇਹ ਸੋਚ ਕੇ ਚੱਲਣਾ ਚਾਹੀਦਾ ਵੀ ਤੇਰੇ ਨਾਸਾਂ 'ਚ ਤੂੰ ਲਿਆ ਕੇ ਹੀ ਛੱਡਾਂਗੇ ਜਿੰਨਾ ਮਰਜ਼ੀ ਚੱਲ। ਨਾਲੇ ਸਾਡੇ ਸਮੇਂ ਜਿਹੜੇ ਹੈਗੇ ਨੇ, ਸਾਡਾ ਕਵੀ ਕਹਿੰਦਾ ਕਿ ਅਸੀਂ ਇਸ ਨੂੰ ਮਹੀਨਿਆਂ ਹਫ਼ਤਿਆਂ 'ਚ ਨਹੀਂ ਕਹਿੰਦੇ, ਅਸੀਂ ਤਾਂ ਹਾੜ ਸਿਆਲ ਕਹਿੰਦੇ ਆ, ਹਾੜੀ ਸੌਣੀ ਕਹਿੰਦੇ ਆ। ਕੋਈ ਪ੍ਰੋਬਲਮ ਨਹੀਂ ਹੈ। ਇਹ ਗੱਲਾਂ ਨੂੰ ਨਿਰਾਸ਼ਤਾ ਇਸ ਪੱਖ ਦੀ ਕਿਸੇ ਸੱਜਣ ਨੂੰ ਨਹੀਂ ਕਰਨੀ ਚਾਹੀਦੀ। ਦੇਖੋ, ਮੇਰਾ ਪਿੰਡ ਪੱਬਾ ਰਾਲੀ ਡੇਰਾ ਬਾਬਾ ਨਾਨਕ ਲਾਗੇ ਆ ਜੀ। ਆ ਮੇਰੇ ਚਾਚੇ ਦੇ ਪੁੱਤ ਹੁਣੀ ਬੈਠੇ ਨੇ, ਆ ਪਿੱਛੇ ਟਰਾਲੀ ਆ ਉਹਦੇ ਜੂਕੇ ਵਾਲਿਆਂ ਦੇ ਲੰਗਰ ਦੇ ਸਾਹਮਣੇ। 500 ਕਿਲੋਮੀਟਰ ਪੈਂਦਾ ਸਾਡੇ ਪਿੰਡੋਂ ਦਿੱਲੀ, ਤੇ ਟਰਾਲੀਆਂ ਤੇ ਆਏ ਹੋਏ ਨੇ। ਤੇ ਮੈਂ ਪਟਿਆਲੇ ਬੈਠਾ, ਮੈਂ ਪਟਿਆਲੇ ਇੱਕ ਪਤਨੀ ਆ ਤੇ ਇੱਕ ਛੋਟੀ ਬੱਚੀ ਆ, ਦੋਨੋਂ ਛੱਡ ਕੇ ਅਸੀਂ ਬੈਠੇ ਇੱਥੇ। ਇਹ ਤਾਂ ਸਾਡੀ ਹੋਂਦ ਦੀ, ਸਾਡੀ ਮਤਲਬ ਮਰਨ ਮਿਟਣ ਦੀ ਲੜਾਈ ਆ ਨਾ। ਜਿਹੜੀਆਂ ਭੈਣਾਂ ਨੇ ਉਹ ਕੋਟੀਆਂ ਸਵੈਟਰ ਦਾ ਸਮਾਨ ਇੱਥੇ ਲੈ ਕੇ ਆਈਆਂ ਹੋਈਆਂ, ਤੇ ਇਸੇ ਤਰ੍ਹਾਂ ਕਵੀ ਲੋਕ ਵੀ ਫਿਰ ਆਪਣੀਆਂ ਕਲਮਾਂ ਤੇ ਕਾਪੀਆਂ ਚੱਕ ਲਿਆ ਹੁਣ, ਕਿਉਂਕਿ ਤੁਹਾਡਾ ਤਾਂ ਬਹੁਤ ਕੁਝ ਇੱਥੋਂ ਲਿਖਾਉਣਾ ਨਾ ਜੀ। ਇਹ ਤਸਵੀਰ ਨੂੰ ਤੁਸੀਂ ਲਿਖਣ ਨਹੀਂ, ਇਹ ਤਾਂ ਥਲੀ ਸਾਹਿਬ ਅੰਦਰ ਜਾ ਰਿਹਾ ਹੈ ਤੇ ਅੰਦਰੋਂ ਬਾਹਰ ਨਿਕਲਣਾ। ਅਸਲ 'ਚ ਇਤਿਹਾਸ ਤੁਸੀਂ ਲਿਖ ਰਹੇ ਹੋ ਜੀ। ਜਿਹੜਾ ਸਾਡਾ ਸਾਹਿਤ ਹੈ ਨਾ, ਉਹਦੀ ਵੀ ਪੁਨਰ ਸਰਜੀਤੀ ਹੋਣੀ ਹੈ। ਇਹ ਜਿਹੜਾ ਅੰਦੋਲਨ ਹੈ, ਇਹਦੀ ਡਾਕੂਮੈਂਟੇਸ਼ਨ ਹੋ ਰਹੀ ਹੈ ਬਕਾਇਦਾ। ਨਾਵਲ ਲਿਖੇ ਜਾਣਗੇ, ਨਾਟਕ ਲਿਖੇ ਜਾਣਗੇ, ਗੀਤ ਵੱਜਦੇ ਤੁਸੀਂ ਸੁਣ ਰਹੇ ਹੋ, ਨਜ਼ਮਾਂ ਜਿਹੜੀਆਂ ਹੈਗੀਆਂ ਮੇਰੇ ਮੂੰਹ ਤੋਂ ਤੁਸੀਂ ਸੁਣੀਆਂ ਹੈਗੀਆਂ ਨੇ। ਸੋ ਜਿੰਨੀਆਂ ਵੀ ਸਾਹਿਤ ਦੀਆਂ ਸਿਨਫਾਂ ਹੈਗੀਆਂ ਨੇ, ਉਹਨਾਂ ਸਾਰਿਆਂ ਦੇ ਵਿੱਚ ਇਸ ਅੰਦੋਲਨ ਨੂੰ ਕਿਸੇ ਨਾ ਕਿਸੇ ਪ੍ਰਸੰਗ ਦੇ ਵਿੱਚ, ਕਿਸੇ ਨਾ ਕਿਸੇ ਢੰਗ ਦੇ ਵਿੱਚ, ਕਿਸੇ ਨਾ ਕਿਸੇ ਜਾਨਰ ਦੇ ਵਿੱਚ ਇਸ ਨੂੰ ਕਲਮਬੰਦ ਕੀਤਾ ਜਾ ਰਿਹਾ। ਕੁਝ ਕਲਮਾਂ ਇੱਥੋਂ, ਇਹ ਸਾਰੀਆਂ ਕਲਮਾਂ ਹੀ ਇਮਾਨਦਾਰ ਰਹਿਣਗੀਆਂ ਜੀ ਜਾਂ ਬੇਈਮਾਨ ਵੀ ਕੁਝ ਨਿਕਲਣਗੇ? ਘੱਟੋ ਘੱਟ ਜਿਹੜੇ ਇੱਥੇ ਸਾਡੇ ਫਿਰ ਰਹੇ ਹੈਗੇ ਨੇ ਲੋਕ, ਇੱਥੋਂ ਦੀ ਆਬੋ ਹਵਾ ਇਸ ਤਰ੍ਹਾਂ ਦੀ ਬਣ ਗਈ ਹੈਗੀ ਹੈ ਕਿ ਜਿਹਦੇ ਮਨ ਦੇ ਵਿੱਚ ਕੋਈ ਮਾੜੀ ਮੁੱਟੀ ਮੈਲ ਹੈਗੀ ਸੀ, ਉਹ ਵੀ ਧੁੱਪ ਗਈ ਹੋਈ ਹੈ। ਇਹ ਜਿਹੜਾ ਕੇਸਰ ਉੱਡ ਰਿਹਾ ਹੈ ਨਾ, ਸਾਡੇ ਚਿਹਰਿਆਂ ਤੇ ਪੈ ਰਿਹਾ ਹੈਗਾ, ਇਸ ਨੇ ਸਾਨੂੰ ਇੱਕ ਕਿਸਮ ਦਾ ਇਸ਼ਨਾਨ ਕਰਵਾ ਦਿੱਤਾ ਹੈਗਾ। ਇਹ ਆਪਣੇ ਆਪ ਦੇ ਵਿੱਚ ਇੱਕ ਮਹਾਂ ਕੁੰਭ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਮਹਾਂ ਸੰਗਰਾਮ ਹੈ। ਇਹ ਸਾਡੀ ਜਿੱਤ ਦਾ ਜਸ਼ਨ ਵੀ ਹੈ, ਸਾਡੇ ਯੁੱਧ ਦਾ ਜਸ਼ਨ ਵੀ ਹੈਗਾ। ਵਾਹ ਵਾਹ, ਇਸੇ ਕਰਕੇ ਅਸੀਂ ਇਸ ਨੂੰ ਮੇਲਾ ਵੀ ਕਹਿੰਦੇ ਹਾਂ। ਜੀ ਜੀ ਜੀ। ਸੋ ਬਿਲਕੁਲ ਜੀ, ਮੰਜ਼ਿਲ ਵੱਲ ਨੂੰ ਤੁਰੇ ਹੋਏ ਆ, ਰਾਹ ਦੇ ਵਿੱਚ ਆ, ਮੰਜ਼ਿਲ ਬਹੁਤ ਕਰੀਬ ਹੈ। ਅਸੀਂ ਉਮੀਦ ਲਗਾਈ ਬੈਠੇ ਆ, ਪਰਮਾਤਮਾ ਦੇ ਉੱਤੇ ਵੀ ਛੱਡੀ ਬੈਠੇ ਨੇ ਬਹੁਤ ਲੋਕ, ਸਤਿਗੁਰ ਦੀ ਇਸ ਨੂੰ ਭਾਣਾ ਮੰਨ ਰਹੇ ਨੇ। ਤੇ ਪਰਮਾਤਮਾ ਦੇ ਉੱਤੇ ਜਦੋਂ ਗੱਲ ਛੱਡਦੇ ਆ, ਤਾਂ ਜੇ ਨੀਤ ਤੇ ਨੀਅਤ ਸਾਫ਼ ਹੋਵੇ ਤਾਂ ਹਮੇਸ਼ਾ ਹੀ ਜਿੱਤ ਸੱਚਾਈ ਦੀ ਹੁੰਦੀ ਹੈ। ਤੇ ਇਸ ਜਿੱਤ ਦੀ ਉਡੀਕ ਦੇ ਵਿੱਚ ਅਸੀਂ ਵੀ ਕੁੰਡਲੀ ਤੋਂ ਖੜੇ ਹਾਂ। ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਹਰਿਆਣਾ।